ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਾਗੇ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰੇ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਾਗੇ ਆਇਓ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰਹੇ ਮਨ ਮੇਰੇ। ਗੁਰ ਕਰ ਸ਼ਬਦ ਸਪੁਨ, ਅਗਨ ਕੱਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹੁ ਕੀਓ, ਤੇ ਅਕਿਆਥ ਸੰਸਾਰ ਮਹਿ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹੇ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹੱਲਾ ਨਾਵਾ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨਾ, ਜਹ ਬਿਦ ਜਲ ਕੋ ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਦੀਨ ਦਇਆਲ ਪਤਿਤ ਪਾਵਨ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਆਪ ਸਰਬੱਤ ਸੰਗਤਾਂ ਆਪਣੇ ਅਮੁੱਲਕ ਸਵਾਸ ਸਤਿਗੁਰਾਂ ਦੀ ਗੋਦ ਵਿੱਚ ਬਤੀਤ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਅੱਜ ਦੇ ਦਿਨ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਹੋਰ ਬੇਅੰਤ ਸਿੱਖਾਂ ਦੇ ਸ਼ਹੀਦੀ ਦਿਹਾੜੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਜਿਸ ਤਰ੍ਹਾਂ ਸਮਰੱਥ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਨੇ ਸੀਸ ਤੇ ਹੱਥ ਧਰ ਕੇ ਐਸੀ ਲਾਸਾਨੀ ਸ਼ਹਾਦਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਬਖਸ਼ੀ ਹੈ। ਅਡੋਲ ਚੌਂਕੜੇ ਵਿੱਚ ਬੈਠ ਕੇ ਕੌਮ ਦੇ ਮਹਾਨ ਜਰਨੈਲ, ਜਿਨ੍ਹਾਂ ਦੀਆਂ ਅੱਖਾਂ ਦੇ ਵਿੱਚ ਗਰਮ ਸਲਾਖਾਂ ਮਾਰੀਆਂ ਗਈਆਂ ਹਨ, ਜਮੂਰਾਂ ਦੇ ਨਾਲ ਮਾਸ ਨੋਚਿਆ ਗਿਆ ਹੈ, ਫਿਰ ਵੀ ਇੱਕ ਰਸ
ਐਸੇ ਅਡੋਲ ਚਿੱਤ ਕਰਕੇ ਬੈਠੇ ਹਨ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਹਜੂਰ ਦੀ ਕਿਰਪਾ ਹੋਵੇ ਤਾਂ ਹੀ ਐਸੀ ਸ਼ਹਾਦਤ ਦਿੱਤੀ ਜਾਂਦੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਮਹਾਰਾਜ ਜੀਆਂ ਨੇ ਹਰੀ ਦਾ ਨਾਮ ਪਾ ਦਿੱਤਾ ਹੈ। ਜਿਸ ਸਮੇਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਬਚਨ ਆਉਂਦੇ ਹਨ, ਦੋ ਮਾਰਗ ਮੁਕਤ ਕੈ ਕਹੀਐ। ਪ੍ਰਥਮ ਹਰ ਭਗਤ ਹਰ ਜਨ ਕੀ, ਦੁਤੀਆ ਸੁਰਤ ਸੂਰਨ ਕੀ, ਧਰਾ ਸੁਭ ਗਤ ਆਯੋਧਨ ਕੀ। ਹਜੂਰ ਫਰਮਾਉਂਦੇ ਹਨ, ਦੋ ਮੁਕਤੀ ਦੇ ਮਾਰਗ ਕਹੇ ਜਾਂਦੇ ਹਨ। ਇੱਕ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਕਰਨੀ, ਦੂਸਰਾ ਧਰਮ ਯੁੱਧ ਕਰਦੇ ਹੋਏ ਜੰਗ ਦੇ ਮੈਦਾਨ ਵਿੱਚ ਸ਼ਹਾਦਤ ਦੀ ਦੇਵੀ ਨੂੰ ਵਰਨਾ। ਜਿਸ ਸਮੇਂ ਸਾਧ ਸੰਗਤ ਜੀ ਹਜੂਰ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਪੰਜਾਬ ਦੇ ਵਿੱਚ ਹਾਹਾਕਾਰ ਮਚ ਜਾਂਦੀ ਹੈ। ਇਸ ਧਰਤੀ ਤੇ ਸਭ ਚਾਹੁੰਦੇ ਹਨ ਕੋਈ ਆਵੇ, ਕੋਈ ਉੱਠੇ, ਕੋਈ ਸਾਨੂੰ ਅਗਵਾਈ ਦੇਵੇ, ਇੱਕ ਵਾਰੀ ਸਾਨੂੰ ਇਹ ਸਰਹੰਦ ਦੀਆਂ ਕੰਧਾਂ ਨਾਲ ਪੜ੍ਹਾ ਦੇਵੇ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਸ ਸਮੇਂ ਇਸ ਨੰਦੇੜ ਸਾਹਿਬ ਜੀਆਂ ਦੀ ਧਰਤੀ ਨੂੰ ਮਹਾਰਾਜ ਜੀ ਜਾ ਰਹੇ ਹਨ, ਰਸਤੇ ਦੇ ਵਿੱਚ ਮਹਾਰਾਜ ਜੀ ਜਿੱਥੇ ਕਿੱਥੇ ਹਜੂਰ ਨੂੰ ਕੋਈ ਪ੍ਰੇਮ ਵਾਲਾ ਗੁਰਸਿੱਖ ਯਾਦ ਕਰਦਾ ਹੈ, ਹਜੂਰ ਦਰਸ਼ਨ ਬਖਸ਼ ਕੇ ਉਸ ਨੂੰ ਨਿਹਾਲ 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 ਕਰਦੇ ਹਨ। ਜਿਸ ਸਮੇਂ ਮਹਾਰਾਜ ਜੀ ਪਹੁੰਚਦੇ ਹਨ ਇੱਕ ਵੈਸ਼ਨਵ ਜੈਤ ਰਾਮ ਦੇ ਡੇਰੇ ਤੇ, ਉਸਨੇ ਮਹਾਰਾਜ ਜੀਆਂ ਨੂੰ ਨਿਉਤਾ ਦਿੱਤਾ ਸੀ, ਹਜੂਰ ਆਪ ਆ ਕੇ ਸਾਡੇ ਇੱਥੇ ਪ੍ਰਸ਼ਾਦਾ ਛਕਿਆ ਜੇ। ਉਸ ਸਮੇਂ ਵੈਸ਼ਨਵ ਦੇ ਨਾਲ ਦੇ ਜੋ ਉਸ ਦੇ ਚੇਲੇ ਸਨ ਉਹ ਕਹਿੰਦੇ ਸਨ ਕਿ ਹਜੂਰ ਦੇ ਬਾਜ ਤਾਂ ਮਾਸ ਛਕਦੇ ਹਨ, ਪਰ ਆਪਾਂ ਵੈਸ਼ਨਵ ਹਾਂ, ਆਪਾਂ ਕਿਵੇਂ ਹਜੂਰ ਨੂੰ ਛਕਾਵਾਂਗੇ ਉਹਨਾਂ ਦੇ ਬਾਜਾਂ ਨੂੰ। ਰਿਦਾ ਨਿਰਸਲ ਸੀ। ਮਹਾਰਾਜ ਜੀਆਂ ਦੇ ਪਾਸ ਜਾ ਕੇ ਕਹਿੰਦਾ ਹੈ, ਹਜੂਰ ਮਹਾਰਾਜ ਜੀ ਅਸੀਂ ਵੈਸ਼ਨਵ ਹਾਂ, ਮੈਂ ਨਿਉਦਾ ਵਾਪਸ ਲੈਣ ਆਇਆ ਹਾਂ। ਆਪ ਜੀਆਂ ਦੇ ਬਾਜ ਤਾਂ ਮਹਾਰਾਜ ਜੀ ਮਾਸ ਛਕਦੇ ਹਨ। ਹਜੂਰ ਨੇ ਕਿਹਾ ਸੀ, ਜੇ ਐਸੀ ਗੱਲ ਹੈ ਜੈਤ ਰਾਮ ਸਾਡੇ ਬਾਜ ਵੀ ਅੱਜ ਮੋਠ ਛਕਣਗੇ। ਸਾਧ ਸੰਗਤ ਜੀ ਬਾਜ ਕਦੇ ਮੋਠ ਨਹੀਂ ਛਕਿਆ ਕਰਦੇ। ਇਹ ਸਾਧ ਸੰਗਤ ਜੀ ਜੋ ਮਾਸ ਛਕਣ ਵਾਲੇ ਜੀਵ ਹਨ, ਪਰ ਜੇ ਹਜੂਰ ਦੀ ਕਿਰਪਾ ਹੋਵੇ ਸਿੰਘਾਂ ਬਾਜਾਂ ਚਰਗਾਂ ਕੁਹੀਆਂ ਤਿਨਾਂ ਖਵਾਲੇ ਘਾਹ, ਮਹਾਰਾਜ ਜੀ ਉਹਨਾਂ ਨੂੰ ਘਾਹ ਖਵਾ ਸਕਦੇ ਹਨ ਤੇ ਘਾਹ ਖਾਣ ਵਾਲੇ ਜੀਵਾਂ ਨੂੰ ਮਾਸ। ਉਸ ਸਮੇਂ ਸਾਧ ਸੰਗਤ ਜੀ ਫਿਰ ਇਸਨੇ ਪ੍ਰਸ਼ਨ ਵੀ ਪੁੱਛੇ ਸੀ, ਮਹਾਰਾਜ ਜੀ ਆਪ ਜੀਆਂ ਨੇ ਸ਼ਸਤਰ ਕਿਉਂ ਧਾਰਨ ਕੀਤੇ ਹਨ? ਹਜੂਰ ਨੇ ਕਿਹਾ ਸੀ, ਜੈਤ ਰਾਮ ਜੇ ਬੰਦਗੀ ਕਰਦੇ ਹੋਏ ਕੋਈ ਜਰਵਾਣਾ ਚੜ੍ਹ ਕੇ ਆ ਜਾਵੇ, ਮਹਾਰਾਜ ਜੀਆਂ ਦਾ ਖਾਲਸਾ ਖੁਦ ਖੁਦਾ ਹੈ, ਉੱਥੇ ਹੀ ਉਸ ਦੇ ਭਾਵ ਆਰ ਪਾਰ ਤੇਗਾ ਕੱਢ ਦਿੰਦਾ ਹੈ। ਜੇ ਕਹਿੰਦੇ ਹਨ ਹਜੂਰ ਮਹਾਰਾਜ ਜੀਆਂ ਦੇ ਬਚਨ ਸੀ, ਜੇ ਬੰਦਗੀ ਕਰਦਾ ਰਹੇ ਹੁੰਦੇ ਹੋਏ ਉੱਪਰ ਅਤਿਆਚਾਰ ਨੂੰ ਉੱਤੇ ਹੀ ਸਹਿੰਦਾ ਰਵੇ। ਹਜੂਰ ਨੇ ਕਿਹਾ ਸੀ ਉਸ ਨੂੰ ਅਸੀਂ ਕਾਇਰਤਾ ਕਹਿੰਦੇ ਹਾਂ। ਜੇ ਅੱਖਾਂ ਦੇ ਸਾਹਮਣੇ ਹੁੰਦੀ ਬੇਪਤੀ, ਹੱਥ ਵਿੱਚ ਸ੍ਰੀ ਸਾਹਿਬ ਹੋਵੇ ਫਿਰ ਵੀ ਥੱਲੇ ਝੁਕ ਜਾਵੇ ਸ੍ਰੀ ਸਾਹਿਬ। ਮਹਾਰਾਜ ਜੀਆਂ ਨੇ ਕਿਹਾ ਸੀ ਇਸ ਨੂੰ ਅਸੀਂ ਬੁਜਦਲੀ ਦਾ ਨਾਮ ਦਿੰਦੇ ਹਾਂ। ਐਸੇ ਸਾਧ ਸੰਗਤ ਜੀ ਫਿਰ ਇਸ ਨੇ ਪੁੱਛਿਆ ਸੀ, ਹਜੂਰ ਕਿੱਥੇ ਜਾ ਰਹੇ ਹੋ ਆਪ ਅੱਗੇ? ਹਜੂਰ ਨੇ ਕਿਹਾ ਸੀ ਅਸੀਂ ਆਪਣੇ ਸਤਜੁਗੀ ਤਪ ਅਸਥਾਨ, ਜਿੱਥੇ ਸਾਧ ਸੰਗਤ ਜੀ ਅੱਜ ਤਖਤ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ ਸਾਹਿਬ ਵਿਖੇ ਮਹਾਰਾਜ ਜੀਆਂ ਨੇ ਉਧਰ ਨੂੰ ਚਾਲਾ ਪਾਇਆ ਸੀ। ਮਹਾਰਾਜ ਜੀਆਂ ਨੇ ਆਖਿਆ ਸੀ ਉੱਥੇ ਗੋਦਾਵਰੀ ਦੇ ਕੰਢੇ ਤੇ ਜਾਵਾਂਗੇ। ਇਸ ਨੇ ਦੱਸਿਆ ਮਹਾਰਾਜ ਜੀ ਇੱਕ ਮਾਧੋ ਦਾਸ ਬਿਰਾਗੀ ਉੱਥੇ ਰਹਿੰਦਾ ਹੈ, ਹਜੂਰ ਬੜੀਆਂ ਸ਼ਕਤੀਆਂ ਦੇ ਭਰਪੂਰ ਹੈ, ਆਪ ਉੱਥੇ ਨਾ ਜਾਣਾ ਕਰਿਓ, ਉਹ ਹਰ ਇੱਕ ਦੀ ਨਿਰਾਦਰੀ ਕਰਦਾ ਹੈ ਸ਼ਕਤੀਆਂ ਦੇ ਨਾਲ। ਜਿਸ ਸਮੇਂ ਮਹਾਰਾਜ ਜੀਆਂ ਨੇ ਐਸੇ ਬਚਨ ਸੁਣੇ, ਹਜੂਰ ਨੇ ਕਿਹਾ ਸੀ ਜਾ ਹੀ ਉਹਦੇ ਵਾਸਤੇ ਰਹਿ ਉੱਥੇ। ਜਿਸ ਸਮੇਂ ਮਹਾਰਾਜ ਜੀ ਉੱਥੇ ਉਸ ਅਸਥਾਨ ਤੇ ਹਜੂਰ ਨੇ ਭਾਗ ਲਾਏ ਹਨ। ਮਹਾਰਾਜ ਜੀ ਉਸ ਪਲੰਗ ਤੇ ਬੈਠੇ ਹਨ ਜਿਸ ਪਲੰਗ ਤੇ ਬਾਬਾ ਬੰਦਾ ਸਿੰਘ ਜੀ ਬਹਾਦਰ, ਹਜੇ ਸਾਧ ਸੰਗਤ ਜੀ ਲਛਮਣ ਦਾਸ ਜਿਨ੍ਹਾਂ ਦਾ ਪੁਰਾਣਾ ਨਾਮ ਆਉਂਦਾ ਹੈ, ਉਹ ਸਾਧ ਸੰਗਤ ਜੀ ਉਸ ਜਗ੍ਹਾ ਤੇ ਜਿਸ ਸਮੇਂ ਹਜੂਰ ਬੈਠੇ ਹਨ, ਇਸ ਨੇ ਆਪਣੀਆਂ ਸਭ ਸ਼ਕਤੀਆਂ ਲਾ ਦਿੱਤੀਆਂ ਹਜੂਰ ਦਾ ਪਲੰਘਾ ਪੁੱਠਾ ਕਰਨ ਵਾਸਤੇ।
ਜਿੱਥੇ ਸਾਧ ਸੰਗਤ ਜੀ ਆਪ ਸਮਰੱਥ ਗੁਰੂ ਆ ਕੇ ਬੈਠ ਗਏ ਹੁਣ। ਸੂਰਜਾਂ ਦੇ ਅੱਗੇ ਦੀਵੇ ਕਿਸ ਕੰਮ ਦੇ ਹਨ। ਇਸ ਨੇ ਸਭ ਆਪਣੇ ਵੀਰ ਭੇਜੇ ਹਨ। ਜਦੋਂ ਹਨੂਮਾਨ ਦੇ ਵੀਰ ਭੇਜਦਾ ਹੈ ਉਹਨਾਂ ਵੀਰਾਂ ਨੂੰ ਕੀ ਦਿਖਦਾ ਹੈ? ਬਾਜਾਂ ਵਾਲੇ ਪਿਤਾ ਜੀਆਂ ਵਿੱਚੋਂ ਆਪਣੇ ਇਸ਼ਟ ਦੇਵ ਦੇ ਦਰਸ਼ਨ ਹੁੰਦੇ ਹਨ। ਭੈਰੋ ਦੇ ਵੀਰ ਭੇਜਦਾ ਹੈ, ਉਹਦੇ ਦਰਸ਼ਨ ਹੁੰਦੇ ਹਨ। ਮਨ ਵਿੱਚ ਨਿਸ਼ਚਾ ਆਉਂਦਾ ਹੈ, ਮਣਾ ਕੋਈ ਸਮਰੱਥ ਪੁਰਸ਼ ਆ ਬੈਠਾ ਹੈ। ਜਿਸ ਸਮੇਂ ਹਜੂਰ ਦੇ ਦਰਸ਼ਨ ਕੀਤੇ ਗੋਡਿਆਂ ਭਾਰ ਹੋ ਕੇ ਹਜੂਰ ਦੇ ਚਰਨਾਂ ਕਮਲਾਂ ਤੇ ਢਹਿ ਪਿਆ। ਹਜੂਰ ਨੇ ਪੁੱਛਿਆ ਸੀ, ਕੌਣ ਹੈ ਤੂੰ? ਕਹਿੰਦਾ ਹੈ, ਮਹਾਰਾਜ ਜੀ ਆਪ ਜੀਆਂ ਦਾ ਬੰਦਾ ਹਾਂ। ਇਸ ਜਗ੍ਹਾ ਤੋਂ ਬੰਦਾ ਸਿੰਘ ਜੀ ਨਾਮ ਜਿਸ ਤਰ੍ਹਾਂ ਮਸ਼ਹੂਰ ਹੋਇਆ ਹੈ। ਹਜੂਰ ਨੇ ਕਿਹਾ ਸੀ, ਫਿਰ ਬੰਦਿਆਂ ਵਾਲੇ ਕੰਮ ਕਰੀਦੇ ਹਨ। ਮਹਾਰਾਜ ਜੀਆਂ ਦੀ ਉੱਚ ਸਿੱਖਿਆ ਨੂੰ ਪਾ ਕੇ ਸਾਧ ਸੰਗਤ ਜੀ ਉਸ ਅਸਥਾਨ ਤੇ ਜ਼ਿਕਰ ਆਉਂਦਾ ਹੈ। 12,000 ਮਰਹਟਿਆਂ ਨੇ ਹਜੂਰ ਸਾਹਿਬ ਵਾਲੀ ਅਸਥਾਨ ਤੇ ਅੰਮ੍ਰਿਤ ਜਿਸ ਤਰ੍ਹਾਂ ਛਕਿਆ ਸੀ। ਜਿਸ ਸਮੇਂ ਅਖੀਰਲਾ ਅੰਮ੍ਰਿਤ ਸੰਚਾਰ ਆਪ ਮਹਾਰਾਜ ਜੀਆਂ ਨੇ ਪੰਜਾਂ ਦੀ ਸੇਵਾ ਵਿੱਚ ਲੱਗ ਕੇ ਕਰਵਾਇਆ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਸਤਿਗੁਰਾਂ ਦੇ ਘਰ ਵਿੱਚ ਹੁੰਦਾ ਹੈ। ਹਜੂਰ ਗੁਰਬਖਸ਼ ਸਿੰਘ ਨਾਮ ਬਖਸ਼ ਕੇ ਸਾਧ ਸੰਗਤ ਜੀ ਨਿਹਾਲ ਕਰਦੇ ਹਨ। ਮਹਾਰਾਜ ਜੀਆਂ ਦਾ ਦੀਵਾਨ ਸਜਦਾ ਹੈ। ਪਤਾ ਲੱਗਦਾ ਹੈ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਸ਼ਹਾਦਤ ਦਿੰਦੇ ਹਨ। ਹਜੂਰ ਦੀ ਚਮਕੌਰ ਦੀ ਗੜੀ ਦਾ ਇਤਿਹਾਸ ਸੁਣਦਾ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ। ਉਸ ਤੋਂ ਉਪਰੰਤ ਜਿਸ ਸਮੇਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਮਹਾਰਾਜ ਜੀਆਂ ਨੇ ਦਿਲ ਚੀਰਵੀਂ ਸ਼ਹਾਦਤ ਸੁਣਾਈ। ਡੌਲੇ ਫੜਕੇ ਹਨ, ਖੂਨ ਨੇ ਉਬਾਲਾ ਖਾਧਾ ਸੀ। ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਤੇ ਢਹਿ ਕੇ ਕਹਿੰਦਾ ਹੈ, ਮਹਾਰਾਜ ਜੀ ਆਪ ਕਿਰਪਾ ਕਰੋ, ਮੈਂ ਉਸ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ। ਉਸ ਸਮੇਂ ਹਜੂਰ ਨੇ ਸਾਧ ਸੰਗਤ ਜੀ ਆਪਣੇ ਕਰ ਕਮਲਾਂ ਤੋਂ 5 ਖਪਰੇ ਤੀਰ ਬਖਸ਼ ਕੇ ਅਤੇ ਬੇਅੰਤ ਬਖਸ਼ਿਸ਼ਾਂ ਮਹਾਰਾਜ ਜੀਆਂ ਨੇ ਕੀਤੀਆਂ। ਪੰਥ ਦਾ ਜਥੇਦਾਰ ਥਾਪ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਪੰਜਾਬ ਦੀ ਧਰਤੀ ਨੂੰ ਭੇਜਿਆ ਹੈ, ਨਾਲ ਸਾਧ ਸੰਗਤ ਜੀ 5 ਪਿਆਰਿਆਂ ਦੀ ਅਗਵਾਈ ਦਿੱਤੀ ਹੈ। 5 ਪ੍ਰਵਾਨ, 5 ਪ੍ਰਧਾਨ, ਇਹ 5 ਪ੍ਰਧਾਨੀ ਰਾਜ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਚਲਾਇਆ ਹੈ। 5 ਪਿਆਰਿਆਂ ਦੇ ਸਾਧ ਸੰਗਤ ਜੀ ਥੱਲੇ ਜਥੇਦਾਰ ਬਣਾ ਕੇ ਹਜੂਰ ਨੇ ਪੰਜਾਬ ਦੀ ਧਰਤੀ ਨੂੰ ਭੇਜਿਆ ਸੀ। ਜਿਸ ਸਮੇਂ ਹਜੂਰ ਦੀਆਂ ਚਿੱਠੀਆਂ ਇੱਧਰ ਮਾਝੇ ਦੇ, ਦੁਆਬੇ ਦੇ, ਇੱਥੇ ਜੰਗਲ ਦੇਸ਼ ਵਿੱਚ ਪੁੱਜੀਆਂ ਹਨ ਕਿ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜ ਰਹੇ ਹਾਂ। ਉਸ ਸਮੇਂ ਸਾਧ ਸੰਗਤ ਜੀ ਸਭ ਮਾਵਾਂ ਨੇ ਘਰਾਂ ਘਰਾਂ ਵਿੱਚੋਂ ਆਪਣੇ ਪੁੱਤਰ ਤੋਰ ਦਿੱਤੇ ਸੀ ਕਿ ਅਸੀਂ ਜੇ ਹਜੂਰ ਵਾਸਤੇ ਛਾਤੀ 'ਚ ਗੋਲੀ ਖਾ ਕੇ ਪੁੱਤਰ ਸ਼ਹੀਦ ਹੋਵੇਗਾ, ਮੈਂ ਆਪਣੇ ਕੁੱਖ ਨੂੰ ਪਵਿੱਤਰ ਮੰਨਾਂਗੀ। ਘਰ ਦੀਆਂ ਨੇ ਆਪਣੇ ਘਰ ਦੇ ਇਹ ਕਹਿ ਕੇ ਤੋਰ ਦਿੱਤੇ ਸੀ, ਤੁਸੀਂ ਜਾਓ, ਮੈਂ ਵਾਪਸ ਆਉਣ ਦੀ ਆਪ ਜੀਆਂ ਦੀ ਉਮੀਦ ਨਹੀਂ ਰੱਖਾਂਗੀ। ਭੈਣਾਂ ਨੇ ਆਪਣੇ ਭਰਾ ਤੋਰ ਦਿੱਤੇ ਸੀ। ਇਧਰੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਮੁਗਲਿਆ ਰਾਜ ਦੀ ਇਸ ਤਰ੍ਹਾਂ ਜੜ ਪੱਟੀ ਆਉਂਦੇ ਹਨ। ਜਿਸ ਤਰ੍ਹਾਂ ਕਵੀ ਜੀ ਲਿਖਦੇ ਹਨ, ਇੱਕ ਤੇਜ਼ ਤੂਫਾਨ ਕਿਸਾਨ ਦੀ ਪੱਕੀ ਹੋਈ ਫਸਲ ਨੂੰ ਤਬਾਹ ਕਰ ਦਿੰਦਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ ਇਧਰ ਸਰਹੰਦ ਦੇ ਚੱਪੜ ਚਿੜੀ ਵਾਲੇ ਮੈਦਾਨ ਦੇ ਵਿੱਚ ਜਿਸ ਤਰ੍ਹਾਂ ਭਾਰੀ ਜੰਗ ਹੁੰਦਾ ਹੈ, ਜਿਸ ਸਮੇਂ ਦਿਨ ਦਾ ਮਧਿਆਨ ਹੁੰਦਾ ਹੈ, ਉਸ ਸਮੇਂ ਦਿਖਦਾ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਕਿ ਹੁਣ ਜੰਗ ਰੁਕਣ ਵਾਲਾ ਹੈ। ਭਾਵ ਸਿੰਘ ਜਿਸ ਤਰ੍ਹਾਂ ਸਾਧ ਸੰਗਤ ਜੀ ਥੋੜੇ ਪਿੱਛੇ ਨੂੰ ਪੈਰ ਉੱਠੇ ਹਨ। ਹਜੂਰ ਦੇ ਬਚਨ ਯਾਦ ਆਉਂਦੇ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਤੀਰ ਬਖਸ਼ਦੇ ਹੋਏ ਕਿਹਾ ਸੀ, ਕਿਸੇ ਸਮੇਂ ਅਸੀਂ ਇਹ ਤੀਰ ਚਮਕੌਰ ਦੀ ਗੜੀ ਵਿੱਚੋਂ ਚਲਾਏ ਸੀ। ਕੱਲਾ ਕੱਲਾ ਤੀਰ ਹਜੂਰ ਨੇ ਆਖਿਆ ਸੀ 10-10 ਹਜ਼ਾਰ ਦੇ ਵਿੱਚੋਂ ਕੱਢ ਦਿੱਤਾ ਸੀ, ਪਰ ਤੁਸੀਂ ਸਿਰਫ ਤੀਰ ਚਿੱਲੇ ਤੇ ਚੜਾਇਓ, ਮਹਾਰਾਜ ਜੀ ਕਿਰਪਾ ਕਰਨਗੇ। ਇਹ ਸਾਧ ਸੰਗਤ ਜੀ ਜੋ ਪ੍ਰੇਮ ਵਾਲੇ ਗੁਰਸਿੱਖ ਹਨ, ਫਿਰ ਉਹਨਾਂ ਨੂੰ ਹੀ ਇਹ ਨਜ਼ਾਰੇ ਦਿਖਦੇ ਹਨ। ਜਿਸ ਸਮੇਂ ਤੀਰ ਚਿੱਲੇ ਤੇ ਚੜਾਇਆ ਹੈ, ਹਜੇ ਚਲਾਇਆ ਨਹੀਂ ਸੰਝਿਆ ਸੀ, ਉਸੇ ਸਮੇਂ ਆਕਾਸ਼ ਦੇ ਵਿੱਚੋਂ ਸ਼ਹੀਦੀ ਫੌਜਾਂ ਆਉਂਦੀਆਂ ਹਨ। ਕੀ ਦੇਖਦਾ ਹੈ ਇਹ ਵਜੀਦ ਖਾਂ? ਮਾਨੋ ਕਿ ਧਰਮਰਾਜ ਹੀ ਇਸ ਦੀ ਸੈਨਾ ਵਿੱਚੋਂ ਫਿਰ ਗਿਆ ਹੋਵੇ। ਇੱਕਦਮ ਸਾਧ ਸੰਗਤ ਜੀ ਸਿੰਘਾਂ ਨੇ ਹੱਲਾ ਬੋਲ ਕੇ ਸਰਹੰਦ ਫਤਿਹ ਕੀਤੀ ਹੈ। ਸਰਹੰਦ ਦੀ ਇੱਟ ਦੇ ਨਾਲ ਜਿਸ ਤਰ੍ਹਾਂ ਇੱਟ ਵਜਾ ਦਿੱਤੀ ਇਸ ਵਜੀਦ ਖਾਂ ਨੂੰ ਸਾਧ ਸੰਗਤ ਜੀ, ਫਿਰ ਜਿਸ ਤਰ੍ਹਾਂ ਉਸ ਦੇ ਕੀਤੇ ਦੀ ਸਜ਼ਾ ਖਾਲਸਾਈ ਰਵਾਇਤਾਂ ਅਨੁਸਾਰ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਨਾਲ ਦੇ ਬੇਅੰਤ ਗੁਰਸਿੱਖਾਂ ਨੇ ਦਿੱਤੀ,
ਉਸ ਤੋਂ ਉਪਰੰਤ ਸਾਧ ਸੰਗਤ ਜੀ ਖਾਲਸੇ ਰਾਜ ਦੀ ਸਥਾਪਨਾ ਦਾ ਡੰਕਾ ਵਜਾ ਦਿੱਤਾ। ਸਭ ਸੁਖਾਲੀ ਉਠੀਆਂ, ਇਹੋ ਹੋਆ ਹਲੇਮੀ ਰਾਜ ਜੀਓ। ਐਸਾ ਨਿਮਰਤਾ ਦਾ ਰਾਜ ਚਲਾਇਆ। ਸਭ ਨੂੰ ਉਹਨਾਂ ਦੀਆਂ ਭਾਵ ਜ਼ਮੀਨਾਂ ਉਹਨਾਂ ਦੇ ਨਾਮ ਤੇ ਲਾਈਆਂ ਗਈਆਂ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਨਾਲ ਹਜੂਰ ਦੇ ਨਾਮ ਦਾ ਸਿੱਕਾ ਚਲਾ ਦਿੱਤਾ। ਸਿੱਕੇ ਤੇ ਲਿਖਿਆ ਸੀ, ਦੇਗੋ ਤੇਗੋ ਫਤਿਹ, ਨੁਸਰਤ ਵੇਦ ਰੰਗ ਯਾਫਤ ਨਾਨਕ ਗੁਰੂ ਗੋਬਿੰਦ ਸਿੰਘ। ਬਾਬਾ ਬੰਦਾ ਸਿੰਘ ਜੀ ਬਹਾਦਰ ਜੀਆਂ ਨੇ ਲਿਖਿਆ ਹੈ, ਦੇਗ ਤੇ ਤੇਗ ਦੀ ਫਤਿਹ ਹੋਈ ਹੈ, ਨੁਸਰਤ ਵੇਦ ਰੰਗ ਯਾਫਤ ਬੜੀ ਹੀ ਛੇਤੀ ਨਾਲ। ਕਿੰਨਾਂ ਦੀ ਕਿਰਪਾ ਨਾਲ? ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦੀ ਕਿਰਪਾ ਨਾਲ ਇਹ ਫਤਿਹ ਹੋਈ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਕਹਿੰਦੇ ਹਨ, ਮੈਂ ਹੂੰ ਉਸੀ ਪੁਰਖ ਕੋ ਦਾਸਾ, ਜਿਸ ਨੇ ਕੀਨੋ ਪੰਥ ਪ੍ਰਕਾਸ਼ਾ। ਦਾਸ ਬਣ ਕੇ ਜਿਸ ਤਰ੍ਹਾਂ ਸੇਵਾ ਕੀਤੀ ਹੈ ਪੰਥ ਦੀ, ਜਿੱਧਰ ਨੂੰ ਇਤਿਹਾਸ ਜ਼ਿਕਰ ਕਰਦਾ ਹੈ। ਫਿਰ ਜਿਸ ਸਮੇਂ ਪਹਾੜੀਆਂ ਵੱਲ ਅੱਖ ਕੀਤੀ ਸੀ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਆਪ ਨਜ਼ਰਾਨੇ ਲੈ ਕੇ ਡਰਦੇ ਹੋਏ ਪਹਾੜੀਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਆ ਕੇ ਮਿਲੇ ਹਨ। ਤੇ ਜਿਹੜਾ ਅੱਗੇ ਖਾਲਸੇ ਦੇ ਅੜਿਆ ਸੀ, ਖਾਲਸੇ ਨੇ ਤੇਗ ਦੀ ਧਾਰ ਨਿਘਾ ਦਿੱਤਾ। ਐਸਾ ਸਾਧ ਸੰਗਤ ਜੀ ਛਾਨਾਮਤੀ ਇਤਿਹਾਸ। 8 ਸਾਲ ਜਿਸ ਤਰ੍ਹਾਂ ਫਿਰ ਖਾਲਸੇ ਨੇ ਰਾਜ ਕੀਤਾ, ਉਸ ਤੋਂ ਉਪਰੰਤ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜਿਸ ਤਰ੍ਹਾਂ ਅੱਜ ਦੇ ਜਿਸ ਤਰ੍ਹਾਂ ਜ਼ਿਕਰ ਹੈ ਗੁਰਦਾਸ ਨੰਗਲ ਦੀ ਉਹ ਗੜੀ, ਜਿਸ ਦੇ ਵਿੱਚ ਸਿੰਘਾਂ ਨੇ ਫਿਰ ਇਹਨਾਂ ਤੁਰਕਾਂ ਦੇ ਨਾਲ ਘਮਸਾਣ ਦਾ ਯੁੱਧ ਮਚਾਇਆ ਸੀ। 8 ਮਹੀਨੇ ਘੇਰਾ ਪਿਆ ਰਿਹਾ। ਬਾਹਰੋਂ ਸਾਧ ਸੰਗਤ ਜੀ ਰਸਤ ਪਾਣੀ ਆਉਣਾ ਵੀ ਬੰਦ ਹੋ ਗਿਆ। ਐਸੀ ਹਾਲਤ ਇਤਿਹਾਸ ਗ੍ਰੰਥਾਂ ਵਿੱਚ ਲਿਖੀ ਹੈ। ਸਿੱਖਾਂ ਨੂੰ ਰਾਤ ਨੂੰ ਸਿੰਘਾਂ ਨੂੰ ਚੜ੍ਹਦਾ ਹੋਇਆ ਚੰਦ ਵੀ ਰੋਟੀ ਵਾਂਗੂ ਦਿਸਦਾ ਸੀ। ਉਸ ਤੋਂ ਉਪਰੰਤ ਜਿਸ ਤਰ੍ਹਾਂ ਸਾਧ ਸੰਗਤ ਜੀ ਸਿੰਘਾਂ ਨੂੰ ਫਿਰ ਗ੍ਰਿਫਤਾਰੀਆਂ ਦਿੰਦੇ ਹਨ ਸਿੰਘ, 200 ਸਿੰਘ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਸਮੇਤ ਜਿਸ ਤਰ੍ਹਾਂ ਗ੍ਰਿਫਤਾਰ ਹੁੰਦੇ ਹਨ। ਬਾਬਾ ਬੰਦਾ ਸਿੰਘ ਜੀ ਬਹਾਦਰ ਜ਼ਿਕਰ ਆਉਂਦਾ ਹੈ, ਜਿਸ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪਕੜਨ ਗਏ ਹਨ, ਬਾਬਾ ਜੀ ਸਮਾਧੀ ਲਾਈ ਬੈਠੇ ਸਨ ਅੰਦਰ। ਉਸ ਸਮੇਂ ਸਾਧ ਸੰਗਤ ਜੀ ਜਿਹੜੇ ਵੱਡੇ ਜਰਨੈਲ ਹਨ, ਇਹ ਭੇਜੇ ਸੀ ਡਰਦਿਆਂ ਹੋਇਆਂ ਨੂੰ, ਕਿਉਂਕਿ ਬਾਬਾ ਜੀਆਂ ਦਾ ਦਬਦਬਾ ਬਹੁਤ ਸੀ ਇਹਨਾਂ ਤੁਰਕਾਂ ਦੇ ਵਿੱਚ। ਸਭ ਤੁਰਕ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਭਾਵ ਉਹਨਾਂ ਦੀ ਪਹਿਚਾਣ ਤੋਂ ਵਾਕਿਫ ਸਨ ਕਿ ਇਹਨਾਂ ਦੇ ਪਾਸ ਕਿੰਨੀਆਂ ਸ਼ਕਤੀਆਂ ਹਨ। ਉਸ ਸਮੇਂ ਸਾਧ ਸੰਗਤ ਜੀ ਗਲੇ ਦੇ ਵਿੱਚ ਜਿਸ ਤਰ੍ਹਾਂ ਕੜਾ ਪਾ ਕੇ ਲੱਕ ਦੇ ਨਾਲ ਸੰਗਲ ਮਾਰੇ ਜਾਂਦੇ ਹਨ, ਇਸੇ ਤਰ੍ਹਾਂ ਹੱਥਾਂ ਦੇ ਵਿੱਚ ਬੇੜੀਆਂ, ਪੈਰਾਂ ਦੇ ਵਿੱਚ ਬੇੜੀਆਂ ਅਤੇ 3 ਸੰਗਲ ਗਲੇ ਨੂੰ ਹੋਰ ਪਾਏ ਜਾਂਦੇ ਹਨ। ਇੱਕ ਲੋਹੇ ਦੇ ਪਿੰਜਰੇ ਵਿੱਚ ਜਿਸ ਤਰ੍ਹਾਂ ਹਾਥੀ ਦੇ ਉੱਪਰ ਬਿਠਾ ਕੇ ਬਾਬਾ ਜੀਆਂ ਨੂੰ ਲੈ ਕੇ ਜਾਇਆ ਜਾਂਦਾ ਹੈ ਦਿੱਲੀ ਨੂੰ। ਅਤੇ ਸਾਧ ਸੰਗਤ ਜੀ ਰਸਤੇ ਵਿੱਚੋਂ ਜ਼ਿਕਰ ਆਉਂਦਾ ਹੈ, ਕਈ ਸਿੱਖਾਂ ਨੂੰ ਇਹਨਾਂ ਨੇ ਪਕੜ ਕੇ ਨਾਲ ਰਲਾ ਲਿਆ ਕਿ ਜਿੰਨੇ ਜ਼ਿਆਦਾ ਸਿੱਖ ਪਕੜ ਕੇ ਦਿੱਲੀ ਲੈ ਜਾਵਾਂਗੇ ਉਹਨਾਂ ਜ਼ਿਆਦਾ ਬਾਦਸ਼ਾਹ ਖੁਸ਼ ਹੋਵੇਗਾ। ਕਿਉਂਕਿ ਇਹ ਸਾਧ ਸੰਗਤ ਜੀ ਜਿੰਦਾ ਪਕੜਨ ਦੀ ਇਹ ਵਜ੍ਹਾ ਸੀ, ਜੇ ਅਸੀਂ ਇਹਨਾਂ ਨੂੰ ਮੁਸਲਮਾਨ ਬਣਾ ਦਈਏ ਇਸ ਤੋਂ ਵੱਡੀ ਇਹਨਾਂ ਦੀ ਕੋਈ ਮੌਤ ਨਹੀਂ ਹੋ ਸਕਦੀ। ਜਿਸ ਸਮੇਂ ਸਾਧ ਸੰਗਤ ਜੀ ਸਰਹੰਦ ਦੇ ਵਿੱਚੋਂ ਬਾਬਾ ਜੀ ਹੁਣਾਂ ਦਾ ਕਾਫਲਾ ਨਿਕਲਦਾ ਹੈ, ਉਸ ਸਮੇਂ ਸਰਹੰਦ ਦੇ ਜੋ ਲੋਕ ਹਨ ਬਾਬਾ ਬੰਦਾ ਸਿੰਘ ਜੀ ਬਹਾਦਰ ਅਤੇ ਸਿੱਖਾਂ ਨੂੰ ਸਾਧ ਸੰਗਤ ਜੀ ਰੋੜੇ ਮਾਰਦੇ ਹਨ, ਟੁੱਟੇ ਛਿੱਤਰ ਮਾਰਦੇ ਹਨ। ਪਰ ਸਿੱਖ ਅਡੋਲ ਚਿੱਤ, ਕਦੇ ਇੱਥੇ ਰਾਜ ਕੀਤਾ ਹੈ, ਅੱਜ ਜੇ ਛਿੱਤਰ ਵੀ ਪੈ ਰਹੇ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ਸਾਧੋ ਇਹੋ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਐਸੀਆਂ ਗੁਰਬਾਣੀ ਦੀਆਂ ਪੰਕਤੀਆਂ ਦੇ ਜਾਪ ਕਰਦੇ ਹੋਏ ਸੂਰਮੇ ਜਿਸ ਤਰ੍ਹਾਂ ਜਾ ਰਹੇ ਹਨ, ਜ਼ਿਕਰ ਆਉਂਦਾ ਹੈ ਉਥੋਂ ਕਈ ਸ਼ਰਾਰਤੀ ਲੋਕਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਜਦੋਂ ਬੋਲਿਆ, ਸਿੰਘਾਂ ਵਿੱਚ ਰੋਸ ਆ ਗਿਆ। ਹੱਥ ਕੜੀਆਂ ਤੜਾਉਂਦੇ ਹੋਏ ਸਾਧ ਸੰਗਤ ਜੀ ਸਿੰਘ ਉਹਨਾਂ ਨੂੰ ਉੱਥੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਜਿਸ ਤਰ੍ਹਾਂ ਪਾਣੀਪਤ ਵਿੱਚੋਂ ਹੁੰਦੇ ਹੋਏ ਇਹ ਫਰਖਸ਼ੀਅਰ ਬਾਦਸ਼ਾਹ ਜੋ ਦਿੱਲੀ ਦਾ ਸੀ, ਇਸ ਦੇ ਪਾਸ ਖਬਰ ਪਹੁੰਚਦੀ ਹੈ ਬੰਦਾ ਸਿੰਘ ਬਹਾਦਰ ਨੂੰ ਪਕੜ ਲਿਆ ਹੈ। ਬਾਬਾ ਜੀਆਂ ਦਾ ਨਾਮ ਸੁਣਦਿਆਂ ਹੀ ਬਾਦਸ਼ਾਹ ਡਰ ਜਾਂਦਾ ਹੈ, ਕਿਉਂਕਿ ਇਹ ਸੋਚਦਾ ਸੀ ਉਹਨਾਂ ਨੂੰ ਕੋਈ ਪਕੜ ਨਹੀਂ ਸਕਦਾ। ਜਿਸ ਸਮੇਂ ਦਿੱਲੀ ਦੀ ਧਰਤੀ ਤੇ ਇਹਨਾਂ ਦਾ ਜਿਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਲੂਸ
ਅੰਗਰੇਜ਼ ਰਾਈਟਰ ਵੀ ਲਿਖਦੇ ਹਨ, ਜਿਸ ਸਮੇਂ ਨਿਕਲਿਆ ਕਹਿੰਦੇ ਹਨ ਐਸਾ ਇਕੱਤਰ ਇਕੱਠ ਹੋਇਆ ਸੀ ਦਿੱਲੀ ਦੀ ਧਰਤੀ ਤੇ, ਕਹਿੰਦੇ ਹਨ ਕਦੇ ਐਸਾ ਇਕੱਠ ਦੇਖਣ ਨੂੰ ਨਹੀਂ ਮਿਲਿਆ, ਕਿਉਂਕਿ ਸਭ ਦੇਖਣਾ ਚਾਹੁੰਦੇ ਸੀ ਐਸਾ ਖਾਲਸਾ ਕਿਹੜਾ ਹੈ ਜਿਸ ਨੇ ਤੁਰਕ ਰਾਜ ਦੀਆਂ ਜੜ੍ਹਾਂ ਪੱਟ ਸੁੱਟੀਆਂ ਹਨ, ਕਿਉਂਕਿ ਤੁਰਕਾਂ ਦੇ ਰਾਜ ਐਡਾ ਸੀ, ਉਹਨਾਂ ਦੇ ਰਾਜ ਵਿੱਚ ਹੀ ਸੂਰਜ ਚੜ੍ਹਦਾ ਸੀ ਤੇ ਛਿਪਦਾ ਸੀ। ਜਿਸ ਸਮੇਂ ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਉਹਨਾਂ ਦੇ ਭਾਵ ਨਾਲ ਸਿੱਖਾਂ ਨੂੰ ਉਸ ਦਿੱਲੀ ਦੀ ਧਰਤੀ ਤੇ ਸਾਧ ਸੰਗਤ ਜੀ ਸ਼ਹੀਦ ਕੀਤਾ ਜਾ ਰਿਹਾ ਸੀ, ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਇਹ ਫਰਖਸ਼ੀਰ ਬਾਦਸ਼ਾਹ ਪੁੱਛਦਾ ਹੈ ਤੁਸੀਂ ਕੈਸੀ ਸ਼ਹਾਦਤ ਭਾਵ ਕਿਸ ਤਰੀਕੇ ਨਾਲ ਮਰਨਾ ਕਬੂਲ ਕਰੋਗੇ। ਬਾਬਾ ਜੀ ਨੇ ਨਿਡਰ ਹੋ ਕੇ ਕਿਹਾ ਸੀ ਫਰਖਸ਼ੀਰ ਬਾਦਸ਼ਾਹ ਜੈਸੀ ਤੂੰ ਆਪਣੇ ਆਪ ਨੂੰ ਮੌਤ ਦੇਖਣਾ ਚਾਹੁੰਦਾ ਹੈ। ਬੇਅੰਤ ਜ਼ਿਕਰ ਆਉਂਦੇ ਹਨ, ਜਿਸ ਤਰ੍ਹਾਂ ਸਾਧ ਸੰਗਤ ਜੀ ਸਿੰਘਾਂ ਦੀ ਲੈਣ ਲੱਗ ਜਾਂਦੀ ਹੈ ਸ਼ਹਾਦਤ ਦੇਣ ਵਾਸਤੇ, ਸਿੰਘ ਆਪਣਾ ਜਿਸ ਤਰ੍ਹਾਂ ਸੀਸ ਉਸ ਟੱਪ ਤੇ ਰੱਖਦੇ ਹਨ, ਜਲਾਦ ਇੱਕ ਝਟਕੇ ਨਾਲ ਸਿਰ ਵੱਖ ਕਰ ਦਿੰਦਾ ਹੈ, ਇਸ ਤਰ੍ਹਾਂ ਸਾਧ ਸੰਗਤ ਜੀ ਲੈਣ ਵਿੱਚ ਲੱਗੇ ਹੋਏ ਸਿੰਘ ਇੱਕ ਦੂਜੇ ਤੋਂ ਅੱਗੇ ਵੱਧ ਕੇ ਲੜਦੇ ਹਨ। ਕਦੇ ਜਲਾਦ ਨਾਲ ਲੜਦੇ ਹਨ, ਜਲਾਦਾ ਵਾਰੀ ਮੇਰੀ ਸੀ, ਤੂੰ ਕਿਉਂ ਪਹਿਲਾਂ ਆਉਂਦਾ ਸਿਰ ਵੱਢਿਆ। ਜਲਾਦ ਹੈਰਾਨ ਹੋ ਗਿਆ, ਯਾ ਖੁਦਾ ਕੈਸੇ ਹਨ ਇਹ, ਇੱਕ ਦੂਜੇ ਤੋਂ ਪਹਿਲਾਂ ਮੌਤ ਨੂੰ ਵਰਨ ਵਾਸਤੇ ਤਿਆਰ ਹਨ, ਇੱਕ ਦੂਜੇ ਤੋਂ ਅੱਗੇ ਵੱਧ ਵੱਧ ਕੇ ਜਿਸ ਤਰ੍ਹਾਂ ਸੂਰਮਿਆਂ ਨੇ ਸ਼ਹਾਦਤ ਦਿੱਤੀ ਹੈ। ਉੱਥੇ ਜ਼ਿਕਰ ਆਉਂਦਾ ਹੈ ਇੱਕ ਸਾਧ ਸੰਗਤ ਜੀ ਭਾਈ ਹਿੰਮਤ ਸਿੰਘ ਜੀ, ਉਹਨਾਂ ਦੀ ਮਾਤਾ ਤੇ ਉਹਨਾਂ ਦੀ ਧਰਮ ਪਤਨੀ ਹਜੇ ਆਨੰਦ ਕਾਰਜ ਹੋਇਆ ਸੀ, ਆ ਕੇ ਫਰਖਸ਼ੀਰ ਬਾਦਸ਼ਾਹ ਨੂੰ ਕਹਿੰਦੇ ਹਨ ਕਿ ਸਾਡਾ ਪੁੱਤਰ ਤਾਂ ਹਿੰਦੂ ਹੈ, ਆਪ ਦੇ ਸਿਪਾਹੀਆਂ ਨੇ ਧੱਕੇ ਨਾਲ ਉਸ ਨੂੰ ਪਕੜ ਕੇ ਲੈ ਆਂਦਾ ਹੈ। ਜਿਸ ਸਮੇਂ ਮਾਤਾ ਨੇ ਬੇਨਤੀ ਕੀਤੀ, ਭਾਈ ਹਿੰਮਤ ਸਿੰਘ ਨੂੰ ਪੁੱਛਦੇ ਹਨ ਕਿ ਇਹ ਤੇਰੀ ਮਾਤਾ ਕੀ ਕਹਿੰਦੀ ਹੈ। ਭਾਈ ਹਿੰਮਤ ਸਿੰਘ ਕਹਿੰਦੇ ਹਨ ਫਰਖਸ਼ੀਰ ਬਾਦਸ਼ਾਹ ਮੈਂ ਨਹੀਂ ਜਾਣਦਾ ਇਹ ਕੌਣ ਹਨ, ਮੈਨੂੰ ਆਪਣੇ ਵੀਰਾਂ ਦੇ ਨਾਲ ਸ਼ਹਾਦਤ ਤੋਂ ਵਾਂਝਾ ਨਾ ਕੀਤਾ ਜਾਵੇ। ਉਸਨੇ ਆਪਣੀ ਮਾਂ ਨੂੰ ਇਨਕਾਰਨ ਤੋਂ ਇਨਕਾਰ ਕਰ ਦਿੱਤਾ, ਜੋ ਕਹਿੰਦੀ ਸੀ ਮੇਰਾ ਪੁੱਤਰ ਹਿੰਦੂ ਹੈ, ਤਨ ਮਨ ਧਨ ਸਭ ਹਜੂਰ ਨੂੰ ਸੌਂਪ ਦਿੱਤਾ ਸੀ। ਗੁਰਸਿੱਖਾਂ ਨੇ ਸਾਧ ਸੰਗਤ ਜੀ ਜਦੋਂ ਜਲਾਦ ਨੇ ਪੁੱਛਿਆ ਹੈ ਤੁਸੀਂ ਸ਼ਹਾਦਤ ਦੇਣ ਵਾਸਤੇ ਇੰਨੇ ਕਾਲੇ ਕਿਉਂ ਹੋ, ਉਹ ਕਹਿੰਦੇ ਹਨ ਜਲਾਦ ਤੈਨੂੰ ਨਹੀਂ ਪਤਾ, ਸਾਹਮਣੇ ਆਕਾਸ਼ ਵਿੱਚ ਸਾਨੂੰ ਵਿਮਾਨ ਦਿਖਦੇ ਹਨ, ਸਾਡੇ ਵੀਰ ਸਾਨੂੰ ਵਾਜਾਂ ਮਾਰਦੇ ਹਨ, ਬਾਜਾਂ ਵਾਲੇ ਪਿਤਾ ਜੀਆਂ ਦੀ ਗੋਦੀ ਦਾ ਸੁੱਖ ਮੰਨਣਾ ਹੈ ਅਸੀਂ। ਐਸੇ ਸਾਧ ਸੰਗਤ ਜੀ ਲਗਭਗ 700-800 ਸਿੰਘਾਂ ਦੇ ਸੀਸ ਧੜ ਤੋਂ ਅਲੱਗ ਕੀਤੇ ਗਏ ਉਸ ਦਿੱਲੀ ਦੀ ਧਰਤੀ ਤੇ। ਫਿਰ ਭਾਈ ਬਾਜ ਸਿੰਘ ਜੀਆਂ ਦਾ ਜ਼ਿਕਰ ਆਉਂਦਾ ਹੈ, ਜਿਸ ਸਮੇਂ ਭਾਈ ਬਾਜ ਸਿੰਘ ਨੂੰ ਇਹ ਫਰਖਸ਼ੀਰ ਬਾਦਸ਼ਾਹ ਬੇੜੀਆਂ ਵਿੱਚ ਸਨ। ਭਾਈ ਬਾਜ ਸਿੰਘ ਜੀ ਕਹਿੰਦਾ ਹੈ ਮੈਂ ਸੁਣਿਆ ਹੈ ਤੁਹਾਡੇ ਗੁਰੂ ਨੇ ਤੁਹਾਨੂੰ ਸਿੰਘ ਬਣਾਇਆ ਹੈ, ਸ਼ੇਰ ਬਣਾਇਆ ਹੈ, ਸ਼ੇਰ ਤੋਂ ਤਾਂ ਹਾਥੀ ਡਰਦਾ ਹੈ। ਉਸ ਸਮੇਂ ਕਿਹਾ ਸੀ ਭਾਈ ਬਾਜ ਸਿੰਘ ਨੇ ਅਜਮਾ ਕੇ ਦੇਖ ਲਾ, ਇੱਕ ਪਿੰਜਰੇ ਦੇ ਵਿੱਚ ਭਾਈ ਬਾਜ ਸਿੰਘ ਜੀ ਤੇ ਇੱਕ ਸਾਧ ਸੰਗਤ ਜੀ ਸ਼ਰਾਬੀ ਹਾਥੀ ਨੂੰ ਕੈਦ ਕਰ ਦਿੱਤਾ ਗਿਆ। ਹਜੂਰ ਦਾ ਧਿਆਨ ਧਰਿਆ ਹੈ ਭਾਈ ਬਾਜ ਸਿੰਘ ਜੀਆਂ ਨੇ, ਜਦੋਂ ਹਾਥੀ ਦੀਆਂ ਅੱਖਾਂ ਵਿੱਚ ਅੱਖਾਂ ਪਾਈਆਂ ਸੂਰਮੇ ਨੇ, ਹਾਥੀ ਪਿੰਜੜਾ ਤੜਾ ਕੇ ਸਾਧ ਸੰਗਤ ਜੀ ਦੌੜ ਗਿਆ। ਉਸ ਸਮੇਂ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ ਇਸ ਫਰਖਸ਼ੀਰ ਬਾਦਸ਼ਾਹ ਨੇ ਸਿੰਘਾਂ ਦੀਆਂ ਜੋ ਭਾਵ ਇਸਤਰੀਆਂ ਹਨ ਉਹਨਾਂ ਦੇ ਨਾਮ ਲੈ ਕੇ ਇਸ ਨੇ ਸਾਧ ਸੰਗਤ ਜੀ ਅਪ ਸ਼ਬਦ ਕਹੇ। ਜਿਸ ਸਮੇਂ ਭਾਈ ਬਾਜ ਸਿੰਘ ਨੇ ਉਸੇ ਸਮੇਂ ਆਪਣੀਆਂ ਜੋ ਗਲ ਦੇ ਵਿੱਚ ਪਾਈਆਂ ਹੋਈਆਂ ਲੋਹੇ ਦੀਆਂ ਬੇੜੀਆਂ ਤੜਾ ਕੇ ਪਾਸ ਖੜੇ ਸਿਪਾਹੀ ਦੇ ਗਾਤਰਿਓਂ ਸ੍ਰੀ ਸਾਹਿਬ ਕੱਢ ਕੇ ਜ਼ਿਕਰ ਆਉਂਦਾ ਹੈ 7 ਸਿਪਾਹੀਆਂ ਦਾ ਝਟਕਾ ਕਰ ਦਿੱਤਾ। ਅੱਜ ਵੀ ਉਹ ਤਸਵੀਰ ਥੱਲੇ ਲੰਗਰ ਹਾਲ ਵਿੱਚ ਵੀ ਲੱਗੀ ਹੈ। ਜਿਸ ਤਰ੍ਹਾਂ ਭੱਜ ਕੇ ਫਰਖਸ਼ੀਰ ਬਾਦਸ਼ਾਹ ਨੇ ਆਪਣੀ ਜਾਨ ਬਚਾਈ ਸੀ, ਫਿਰ ਜਾਲ ਪਾ ਕੇ ਭਾਈ ਬਾਜ ਸਿੰਘ ਜੀਆਂ ਨੂੰ ਪਕੜਿਆ ਗਿਆ। ਅਤੇ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਸ ਸਮੇਂ ਜ਼ਿਕਰ ਆਉਂਦਾ ਹੈ ਉਹਨਾਂ ਦੇ ਨੇਤਰਾਂ ਦੇ ਵਿੱਚ ਗਰਮ ਸਲਾਖਾਂ ਮਾਰੀਆਂ ਜਾਣ ਲੱਗੀਆਂ। ਇੱਕ ਮੁਸਲਮਾਨ ਰਾਈਟਰ ਜਿਸ ਤਰ੍ਹਾਂ ਲਿਖਦਾ ਹੈ ਖਾਫੀ ਖਾਨ ਕਹਿੰਦਾ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਬਚਨ ਸਨ, किसकी क्या मजाल थी जो मेरी तरफ आंख उठा के भी देख सकता। कहते हैं मुझसे सतगुर की सेवा में खता हुई है, क्योंकि साध संगत जी बाबा जियां नूं तुरन वेले हजूर ने 4 शब्द कहे सी। एक तां गृहस्थनी धारण करना, दूसरा खालसे तो उच्चा तख्त नहीं लाउणा, तीसरा हजूर ने बचन कहा सी शीश ते हजूर ने कहा सी कलगी नहीं सजाउणी,
ਇਸੇ ਤਰ੍ਹਾਂ ਫਤਿਹ ਸਦਾ ਗੁਰੂ ਕੀ ਬੁਲਾਉਣੀ। ਇਸ ਦੇ ਵਿੱਚ ਸਾਧ ਸੰਗਤ ਜੀ ਬਾਬਾ ਜੀਆਂ ਤੋਂ ਖਤਾ ਹੋ ਗਈ, ਪਰ ਉਹਨਾਂ ਨੇ ਅਖੀਰਲੇ ਸਮੇਂ ਵਿੱਚ ਜਿਸ ਤਰ੍ਹਾਂ ਕਬੂਲ ਕੀਤਾ ਹੈ, ਕਿਉਂਕਿ ਸਿੰਘਾਂ ਨੇ ਪੁੱਛਿਆ ਸੀ ਕਿਸੇ ਸਮੇਂ ਉਸ ਗੜੀ ਦੇ ਵਿੱਚ, ਬਾਬਾ ਜੀ ਤੁਹਾਡੇ ਕੋਲ ਤਾਂ ਸ਼ਕਤੀਆਂ ਹਨ, ਤੁਸੀਂ ਤਾਂ ਕਿਤੇ ਗਾਇਬ ਹੋ ਜਾਵੋਗੇ, ਸਾਨੂੰ ਸ਼ਹਾਦਤ ਪਾਉਣੀ ਪਵੇਗੀ। ਬਾਬਾ ਜੀਆਂ ਨੇ ਕਿਹਾ ਸੀ ਸਾਡੇ ਤੋਂ ਸਾਹਿਬ ਦੀ ਸੇਵਾ ਵਿੱਚ ਖਤਾ ਹੋਈ ਹੈ, ਹੁਣ ਅਸੀਂ ਤੁਹਾਡੇ ਨਾਲ ਹੀ ਸ਼ਹਾਦਤ ਦੀ ਦੇਵੀ ਨੂੰ ਵਰਾਂਗੇ। ਜਿਸ ਸਮੇਂ ਸਾਧ ਸੰਗਤ ਜੀ ਬਾਬਾ ਜੀਆਂ ਦੇ 4 ਸਾਲ ਦੇ ਪੁੱਤਰ ਧੰਨ ਭਾਈ ਅਜੇ ਸਿੰਘ ਜੀ, ਜਿਨ੍ਹਾਂ ਦੇ ਸਾਧ ਸੰਗਤ ਜੀ ਟੁਕੜੇ ਟੁਕੜੇ ਕਰਕੇ ਹਾਰ ਬਣਾ ਕੇ ਬਾਬਾ ਜੀਆਂ ਦੇ ਗਲੇ ਵਿੱਚ ਪਾਇਆ ਗਿਆ, ਉਹਨਾਂ ਦਾ ਦਿਲ ਕੱਢ ਕੇ ਬਾਬਾ ਜੀਆਂ ਦੇ ਮੂੰਹ ਵਿੱਚ ਪਾਇਆ ਗਿਆ। ਉਸ ਸਮੇਂ ਬਾਬਾ ਜੀਆਂ ਨੇ ਹੱਸਦੇ ਹੋਏ ਕਿਹਾ ਸੀ, ਫਰਕਸ਼ੀਰ ਬਾਦਸ਼ਾਹ, ਇਹ ਮੇਰੇ ਪੁੱਤਰ ਦਾ ਕਲੇਜਾ ਨਹੀਂ ਤੂੰ ਮੇਰੇ ਮੂੰਹ ਵਿੱਚ ਪਾਇਆ, ਇਹ ਖਾਲਸਾ ਰਾਜ ਦੀ ਖੁਸ਼ੀ ਵਿੱਚ ਮੇਰਾ ਮੂੰਹ ਮਿੱਠਾ ਕਰਾਇਆ ਹੈ। ਜਿਹੜਾ ਪੁੱਤਰ ਦਾ ਉੱਪਰ ਤੂੰ ਮੇਰੇ ਖੂਨ ਛਿੜਕਿਆ ਹੈ, ਇਹ ਮਾਨੋ ਕਿ ਕੇਸਰ ਦੀ ਤੂੰ ਵਰਖਾ ਕੀਤੀ ਹੈ ਖਾਲਸੇ ਰਾਜ ਦੀ ਖੁਸ਼ੀ ਦੇ ਵਿੱਚ। ਉਸ ਤੋਂ ਉਪਰੰਤ ਸਾਧ ਸੰਗਤ ਜੀ ਹਾਥੀ ਦੇ ਪਿੱਛੇ ਪਾ ਕੇ ਦਿੱਲੀ ਵਿੱਚ ਬਾਬਾ ਜੀਆਂ ਨੂੰ ਜਿਸ ਤਰ੍ਹਾਂ ਘੜੀਸਿਆ ਗਿਆ ਹੈ, ਜਮੂਰਾਂ ਦੇ ਨਾਲ ਉਹਨਾਂ ਦਾ ਮਾਸ ਨੋਚਿਆ ਗਿਆ ਹੈ, ਐਸੀ ਲਾਸਾਨੀ ਸ਼ਹਾਦਤ ਕੱਲਾ ਕੱਲਾ ਅੰਗ ਵੱਢ ਕੇ ਜਿਸ ਤਰ੍ਹਾਂ ਬਾਬਾ ਜੀਆਂ ਦੀ ਫਿਰ ਸ਼ਹਾਦਤ ਹੁੰਦੀ ਹੈ, ਇਹ ਸਾਧ ਸੰਗਤ ਜੀ ਸਤਿਗੁਰਾਂ ਦੀ ਕਿਰਪਾ ਹੋਵੇ ਤਾਂ ਹੀ ਐਸੀ ਸ਼ਹਾਦਤ ਦਿੱਤੀ ਜਾ ਸਕਦੀ ਹੈ। ਅੱਜ ਦੇ ਦਿਨ ਸਾਧ ਸੰਗਤ ਜੀ ਐਸੇ ਮਹਾਨ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਹਨ, ਉਹਨਾਂ ਦੀ ਸ਼ਹਾਦਤ ਨੂੰ ਸਵਾਸ ਸਵਾਸ ਪ੍ਰਣਾਮ ਹੈ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਹਨ, ਕੱਲ ਆਪ ਜੀਆਂ ਨੇ ਸੰਖੇਪ ਰੂਪ ਵਿੱਚ ਉਥਾਨਕਾ ਸਰਵਣ ਕੀਤੀ ਸੀ। ਉਹ ਦਿੱਲੀ ਦੀ ਕਚਹਿਰੀ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਕਾਰਾਗ੍ਰਹਿ ਦੇ ਵਿੱਚ ਹਨ, ਗੁਰਸਿੱਖ ਹਜੂਰ ਦੇ ਪਾਸ ਆਉਂਦਾ ਹੈ ਮਹਾਰਾਜ ਜੀ, ਮਾਤਾ ਗੁਜਰ ਕੌਰ ਜੀ ਧੰਨ ਮਾਤਾ ਨਾਨਕੀ ਜੀ ਹਜੂਰ ਬੜੇ ਬਰਾਗ ਵਿੱਚ ਹਨ। ਹਜੂਰ ਉਹਨਾਂ ਦੇ ਪਰਥਾਈ ਕੁਝ ਉਪਦੇਸ਼ ਦਿੱਤਾ ਜਾਵੇ, ਸਿੱਖਾਂ ਦੇ ਪਰਥਾਏ ਹਜੂਰ ਕੋਈ ਉਪਦੇਸ਼ ਦਿੱਤਾ ਜਾਵੇ। ਸਿੱਖ ਆਪ ਜੀਆਂ ਦੇ ਦਰਸ਼ਨਾਂ ਨੂੰ ਮਹਾਰਾਜ ਜੀ ਲੋਚਦੇ ਹਨ। ਉਸ ਸਮੇਂ ਜਿਸ ਤਰ੍ਹਾਂ ਸਾਧ ਸੰਗਤ ਜੀ ਇਹ ਭੋਗ ਦੇ ਸ਼ਲੋਕ ਬਰਾਗਮਈ ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਉਚਾਰਨ ਕੀਤੇ ਹਨ, ਆਓ ਮਨ ਚਿਤ ਬਿਰਤੀਆਂ ਕਾਗਰ ਕਰਕੇ ਸੱਚੇ ਸਤਿਗੁਰਾਂ ਦਾ ਧਰੀਏ ਧਿਆਨ। ਹਜੂਰ ਉਸ ਅਸਥਾਨ ਤੇ ਇਹ ਸ਼ਲੋਕ ਉਚਾਰ ਰਹੇ ਹਨ ਜਿੱਥੇ ਸਾਧ ਸੰਗਤ ਜੀ ਲੋਹੇ ਦਾ ਪਿੰਜਰਾ ਹੈ, ਵਿੱਚ ਜ਼ਿਕਰ ਆਉਂਦਾ ਹੈ ਤਿੱਖੇ ਸੂਏ ਲੱਗੇ ਹਨ ਜਿਨ੍ਹਾਂ ਨੂੰ ਜ਼ਹਿਰ ਦੀ ਪੁੱਠ ਚੜੀ ਹੈ। ਥੋੜਾ ਜਿਹਾ ਹਜੂਰ ਜੇ ਪਾਸਾ ਵੱਟਣ ਸ਼ਹਾਦਤ ਦਾ ਕਾਰਨ ਵਾਪਰ ਸਕਦਾ ਹੈ। ਐਸਾ ਬ੍ਰਹਮ ਗਿਆਨ ਦਾ ਉਪਦੇਸ਼ ਉੱਥੇ ਮਹਾਰਾਜ ਜੀ ਬਖਸ਼ਦੇ ਹਨ। ਹਜੂਰ ਦੇ ਕਮਲ ਚਰਨ ਕਮਲਾਂ ਦਾ ਧਰੀਏ ਧਿਆਨ। ਦੋਨੋਂ ਹੱਥ ਜੋੜ ਕੇ ਸਾਧ ਸੰਗਤ ਜੀ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਜਿਸ ਸਮੇਂ ਸਾਧ ਸੰਗਤ ਜੀ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, ਸੁਨ ਕਰ ਸਭ ਕੇਰ ਬਰਤੰਤਾ, ਲੈ ਕਾਗਦ ਕਰ ਮੈਂ ਭਗਵੰਤਾ। ਜਿਸ ਸਮੇਂ ਸਿੱਖ ਆਉਂਦਾ ਹੈ ਮਹਾਰਾਜ ਜੀਆਂ ਦੇ ਪਾਸ, ਕਿਉਂਕਿ ਮਾਤਾ ਗੁਜਰ ਕੌਰ ਜੀਆਂ ਨੇ ਸੁਪਨਾ ਦੇਖਿਆ ਹੈ ਕਿ ਇੱਕ ਵਿੱਚ ਮਹਾਰਾਜ ਜੀ ਤਾਂ ਹਜੂਰ ਧੰਨ ਬਾਜਾਂ ਵਾਲੇ ਪਿਤਾ ਜੀਆਂ ਨੂੰ ਗੁਰਤਾ ਗੱਦੀ ਅਰਪਣ ਕਰ ਰਹੇ ਹਨ, ਦੂਸਰੇ ਵਿੱਚ ਹਜੂਰ ਦਾ ਸੀਸ ਮਾਤਾ ਜੀਆਂ ਨੂੰ ਸੁਪਨੇ ਵਿੱਚ ਦਿਖਦਾ ਹੈ। ਮਾਤਾ ਜੀ ਬਰਾਗ ਵਿੱਚ ਆ ਜਾਂਦੇ ਹਨ। ਗੁਰਸਿੱਖ ਜਿਸ ਸਮੇਂ ਆ ਕੇ ਸਭ ਦੀ ਹਾਲਤ ਦੱਸਦਾ ਹੈ, ਆਪਣੇ ਕਰ ਕਮਲਾਂ ਦੇ ਵਿੱਚ ਚੋਜੀ ਪ੍ਰੀਤਮ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਕ ਸਾਧ ਸੰਗਤ ਜੀ ਕਾਗਜ਼ ਲੈਂਦੇ ਹਨ। ਕਲਮ ਦਾਨ ਕੋ ਤਬ ਮੰਗਵਾਇਓ, ਜਮਾਦਾਰ ਕੋ ਨਰ ਲੈ ਆਇਓ। ਫਿਰ ਹਜੂਰ ਨੇ ਇੱਕ ਕਲਮ ਦਾਨ ਮੰਗਾਇਆ ਹੈ। ਜਮਾਦਾਰ ਜੋ ਦਰੋਗਾ ਸੀ ਉਥੋਂ ਦਾ, ਸਾਧ ਸੰਗਤ ਜੀ ਹਜੂਰ ਦੇ ਦਰਸ਼ਨ ਕਰ ਕਰਕੇ ਹਜੂਰ ਦਾ ਭਾਵ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਸੇਵਕ ਬਣ ਗਿਆ ਸੀ। ਹਜੂਰ ਨੂੰ ਕਿਹਾ ਸੀ ਦਰੋਗੇ ਨੇ, ਮਹਾਰਾਜ ਜੀ ਆਪ ਦੇ ਲਈ ਮੈਂ ਪਿੰਜਰਾ ਖੋਲ ਦਿੰਦਾ ਹਾਂ, ਆਪ ਆਨੰਦਪੁਰ ਸਾਹਿਬ ਚਲੇ ਜਾਵੋ। ਹਜੂਰ ਨੇ ਪੁੱਛਿਆ ਸੀ ਦਰੋਗਿਆ
ਕੀ ਗੱਲ ਜੇ ਮੈਂ ਚਲੇ ਜਾਵਾਂ ਤੇਰੀ ਨੁਰੰਗਾ ਕੀ ਹਾਲਤ ਕਰੇਗਾ। ਦਰੋਗਾ ਕਹਿੰਦਾ ਹੈ, ਹਜੂਰ ਮੈਂ ਸੋਚ ਵੀ ਨਹੀਂ ਸਕਦਾ ਮੇਰੀ ਇਹ ਕੈਸੀ ਹਾਲਤ ਕਰੇਗਾ। ਹਜੂਰ ਨੇ ਕਿਹਾ ਸੀ, ਚੰਦ ਦਿਨਾਂ ਦੀ ਸਿੱਖੀ ਹੈ, ਆਪਣਾ ਸਭ ਕੁਝ ਕੁਰਬਾਨ ਕਰਨਾ ਚਾਹਣਾ ਹੈ, ਅਸੀਂ ਇੱਥੇ ਵਾਪਸ ਮੁੜ ਜਾਣ ਵਾਸਤੇ ਨਹੀਂ ਆਏ। ਉਹ ਦਰੋਗੇ ਨੇ ਸਾਧ ਸੰਗਤ ਜੀ ਫਿਰ ਇਹ ਸਿੱਖ ਨੂੰ ਮਿਲਾਇਆ ਸੀ ਹਜੂਰ ਦੇ ਨਾਲ, ਇੱਕ ਕਲਮ ਦਿੱਤੀ ਹੈ ਹਜੂਰ ਨੂੰ। ਮਹਾਰਾਜ ਜੀਆਂ ਨੇ ਫਿਰ ਆਖਿਆ ਸੀ, ਸਭ ਸੰਗਤ ਪ੍ਰਭ ਲਿਖ ਉਪਦੇਸੂ, ਕਰੇ ਸ਼ਲੋਕ ਵਿਰਾਗ ਵਿਸ਼ੇਸ਼ੂ। ਸਾਰੀਆਂ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਇਹ ਵਿਰਾਗਮਈ ਮਹਾਰਾਜ ਜੀਆਂ ਨੇ ਸ਼ਲੋਕ ਉਚਾਰਨ ਕੀਤੇ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਸੁਖ ਪ੍ਰਾਪਤ ਜੁਗ ਲੋਕ ਮਝਾਰੀ, ਲਿਖਿਆ ਸ਼ਲੋਕ ਸੋ ਕਰਤ ਉਚਾਰੀ। ਹਜੂਰ ਨੇ ਕਿਹਾ ਸੀ, ਜੋ ਇਹ ਸ਼ਲੋਕਾਂ ਦੀ ਕਥਾ ਤੇ ਕੀਰਤਨ ਜੇ ਬਾਣੀ ਬੜੇ ਪ੍ਰੇਮ ਨਾਲ ਆਪਣੇ ਹਿਰਦੇ ਤੇ ਧਾਰਨ ਕਰੇਗਾ, ਦੋਵਾਂ ਲੋਕਾਂ ਵਿੱਚ ਉਹਨਾਂ ਨੂੰ ਖੁਸ਼ੀ ਮਿਲੇਗੀ। ਐਸੇ ਹਜੂਰ ਕਰਤ ਉਚਾਰੀ ਮਹਾਰਾਜ ਜੀ ਉਚਾਰਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭ ਦੇ ਵਿੱਚ ਮਹਾਰਾਜ ਜੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਮੰਗਲ ਕਰਦੇ ਹੋਏ ਹਜੂਰ ਕਹਿੰਦੇ ਹਨ, ਇੱਕ ਓੰਕਾਰ, ਉਹ ਪਰਮਾਤਮਾ ਇੱਕ ਹੈ ਜੋ ਸਰਬ ਦਾ ਪ੍ਰਕਾਸ਼ਕ ਹੈ। ਐਸੇ ਸਤਿਗੁਰੂ ਸਾਧ ਸੰਗਤ ਜੀ ਨਿਰੰਗਾ ਹਜੂਰ ਨੂੰ ਤਸੀਹੇ ਦੇ ਰਿਹਾ ਹੈ। ਫਿਰ ਵੀ ਹਜੂਰ ਕਹਿੰਦੇ ਹਨ, ਸਭ ਵਿੱਚ ਮੇਰਾ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸ਼ਲੋਕ ਮਹੱਲਾ ਨਾਵਾ। ਇਹ ਸ਼ਲੋਕ ਸਵੈ ਲੋਕ ਦੀ ਪ੍ਰਾਪਤੀ ਕਰਾਉਣ ਵਾਲੀ ਬਾਣੀ। ਸਵੈ ਲੋਕ ਉਹ ਲੋਕ ਮਹੱਲਾ ਨਾਵਾ ਜਿੱਥੋਂ ਦੇ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵਾਸੀ ਹਨ। ਇਹ ਸ਼ਲੋਕ ਸਾਧ ਸੰਗਤ ਜੀ ਮੁਕਤੀ ਪ੍ਰਾਪਤ ਕਰਦੇ ਹਨ, ਸੱਚਖੰਡ ਵਿੱਚ ਲੈ ਜਾਂਦੇ ਹਨ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਸਭ ਚੀਜ਼ਾਂ ਆਪਣੇ ਸਰੋਤ ਵੱਲ ਵੱਧਦੀਆਂ ਹਨ। ਅੱਗ ਸੂਰਜ ਨੂੰ ਵੱਧਦੀ ਹੈ, ਚੱਲਦਾ ਹੋਇਆ ਜਲ ਨਦੀਆਂ ਦਾ ਸਮੁੰਦਰ ਨੂੰ ਵੱਧਦਾ ਹੈ, ਕਿਉਂਕਿ ਸਮੁੰਦਰ ਉਹਨਾਂ ਦਾ ਸਰੋਤ ਹੈ। ਇਸੇ ਤਰ੍ਹਾਂ ਇਸ ਜੀਵ ਦਾ ਸਰੋਤ ਕਾਲ ਪੁਰਖ ਵਾਹਿਗੁਰੂ ਹੈ। ਇਹ ਸ਼ਲੋਕ ਸਾਧ ਸੰਗਤ ਜੀ ਮਹੱਲਾ ਨਾਵਾ ਜਿੱਥੇ ਆਪ ਹਜੂਰ ਦਾ ਵਾਸ ਹੈ, ਉਥੋਂ ਦੀ ਇਹ ਪ੍ਰਾਪਤੀ ਕਰਾਉਂਦੇ ਹਨ। ਗੁਣ ਗੋਬਿੰਦ ਗਾਇਓ ਨਹੀਂ। ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਗੁਰ ਸਿੱਖੋ, ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗੋਬਿੰਦ ਗਾਇਓ ਨਹੀਂ, ਜੇ ਅਕਾਲ ਪੁਰਖ ਵਾਹਿਗੁਰੂ ਦੇ ਤੁਸੀਂ ਗੁਣ ਨਹੀਂ ਗਾਉਣਾ ਕੀਤੇ, ਜਨਮ ਅਕਾਰਥ ਕੀਨ। ਤਾਂ ਆਪਣੇ ਮਨ ਵਿੱਚ ਇਹ ਜਾਣ ਲਿਆ ਜੇ ਤੁਸੀਂ ਆਪਣਾ ਸਾਰਾ ਜਨਮ ਅਕਾਰਥ ਨਿਫਲ ਬਿਨਾਂ ਕਿਸੇ ਕਾਜ ਸਵਾਰੇ ਤੋਂ ਹੀ ਬਤੀਤ ਕਰ ਦਿੱਤਾ ਹੈ। ਕਹੋ ਨਾਨਕ ਹਰ ਭਜ ਮਨਾ। ਮਹਾਰਾਜ ਜੀ ਕਹਿੰਦੇ ਹਨ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਸਿਧਾਂਤ ਹੈ, ਉਸ ਕਾਲ ਪੁਰਖ ਵਾਹਿਗੁਰੂ ਦੀ ਭਜਨ ਬੰਦਗੀ ਕਰਿਆ ਕਰੋ। ਜਹ ਬਿਦ ਜਲ ਕੋ ਮੀਨ। ਹਜੂਰ ਕਿਸ ਤਰ੍ਹਾਂ ਬੰਦਗੀ ਕੀਤੀ ਜਾਵੇ? ਮਹਾਰਾਜ ਜੀ ਫਰਮਾਉਂਦੇ ਹਨ, ਜਿਹੜੀ ਵਿਧੀ ਨਾਲ ਮੱਛੀ ਜਲ ਦੇ ਨਾਲ ਪ੍ਰੇਮ ਕਰਦੀ ਹੈ, ਇਸ ਤਰ੍ਹਾਂ ਰਸ ਰਸ ਕੇ ਗੁਰ ਸਿੱਖਾ ਉਸ ਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਇਆ ਕਰ। ਗੁਣ ਗੋਬਿੰਦ ਗਾਇਓ ਨਹੀਂ। ਮਹਾਰਾਜ ਜੀ ਫਰਮਾਉਂਦੇ ਹਨ, ਗੁਣ ਗੋਬਿੰਦ ਸਾਧ ਸੰਗਤ ਜੀ ਉਸ ਕਾਲ ਪੁਰਖ ਵਾਹਿਗੁਰੂ ਗੋ ਧਰਤੀ ਨੂੰ ਕਹਿੰਦੇ ਹਨ। ਬਿੰਦ ਜੋ ਧਰਤੀ ਨੂੰ ਆਸਰਾ ਦਿੱਤੀ ਖੜਾ ਹੈ ਥੰਮਾਂ ਤੋਂ ਬਿਨਾਂ। ਗੋ ਇੰਦਰੀਆਂ ਜੋ ਆਪਣੇ ਨੇਤਰ ਕੰਨ ਰਸਨਾ, ਇਹ ਸਾਧ ਸੰਗਤ ਜੀ ਇਹਨਾਂ ਦਾ ਵੀ ਪ੍ਰਕਾਸ਼ਕ ਉਹ ਬਿੰਦ ਭਾਵ ਅਕਾਲ ਪੁਰਖ ਵਾਹਿਗੁਰੂ। ਕਿਉਂਕਿ ਮੁਰਦੇ ਦੇ ਨੇਤਰ ਸਾਧ ਸੰਗਤ ਜੀ ਕਦੇ ਨਹੀਂ ਦੇਖਿਆ ਕਰਦੇ, ਹੁੰਦੇ ਤਾਂ ਉੱਥੇ ਹੀ ਨੇ, ਕੰਨ ਵੀ ਉਹ ਲੱਗੇ ਹੁੰਦੇ ਹਨ, ਪਰ ਇਹ ਕਿਹੜੀ ਸ਼ਕਤੀ ਹੈ? ਗੋ ਇੰਦਰੀਆਂ ਨੂੰ ਜੋ ਪ੍ਰਕਾਸ਼ਿਤ ਕਰ ਰਹੀ ਹੈ ਉਹ ਗੋਬਿੰਦ। ਇਸੇ ਤਰ੍ਹਾਂ ਗੋ ਹਨੇਰੇ ਨੂੰ ਕਹਿੰਦੇ ਹਨ, ਬਿੰਦ ਪ੍ਰਕਾਸ਼ ਨੂੰ ਕਹਿੰਦੇ ਹਨ। ਜੋ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਤਾਂ ਹਨੇਰਾ ਹੀ ਹਨੇਰਾ ਹੈ। ਮਹਾਰਾਜ ਜੀ ਕਹਿੰਦੇ ਹਨ, ਉਸ ਕਾਲ ਪੁਰਖ ਵਾਹਿਗੁਰੂ ਦੇ ਜੇ ਮਨੁੱਖਾ ਤੂੰ ਗੁਣ ਨਹੀਂ ਗਾਉਣਾ ਕੀਤੇ, ਭਾਵ ਜੇ ਤੂੰ ਸਿਮਰਨ ਨਹੀਂ ਕੀਤਾ। ਹਜੂਰ ਸਿਮਰਨ ਕਰਨ ਨਾਲ ਕੀ ਹੁੰਦਾ ਹੈ? ਹਜੂਰ ਫਰਮਾਉਂਦੇ ਹਨ, ਗੁਣ ਗਾਵਤ
ਤੇਰੀ ਉਤਰਸ ਮੈਲ। ਗੁਣ ਗਾਉਣ ਨਾਲ ਤੇਰੀ ਜਨਮਾਂ ਜਨਮਾਂ ਦੀ ਮੈਲ ਉਤਰ ਜਾਵੇਗੀ। ਜਿਸ ਤਰ੍ਹਾਂ ਸਾਧ ਸੰਗਤ ਜੀ ਸੁਖਮਣੀ ਸਾਹਿਬ ਜੀਆਂ ਦੀ ਪਵਿੱਤਰ ਬਾਣੀ ਹੈ। ਹਜੂਰ ਕਹਿੰਦੇ ਹਨ ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ। ਮਹਾਰਾਜ ਜੀਆਂ ਨੂੰ ਉਹ ਚਿਹਰੇ ਬੜੇ ਸੁੰਦਰ ਲੱਗਦੇ ਹਨ ਜੋ ਕਾਲ ਪੁਰਖ ਵਾਹਿਗੁਰੂ ਦੇ ਗੀਤ ਗਾਉਂਦੇ ਹਨ। ਪ੍ਰਭ ਕੋ ਸਿਮਰਹਿ ਤਿਨ ਸੂਖ ਬਿਹਾਵੈ। ਜੋ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਦੇ ਹਨ। ਸੰਸਾਰ ਦੀ ਜੇ ਹਾਲਤ ਦੇਖੀ ਜਾਵੇ, ਜੇ ਕਿਸੇ ਨੂੰ ਪੁੱਛੀਏ ਕੀ ਹਾਲ ਨੇ, ਕਹਿੰਦੇ ਹਨ ਮਾੜੇ ਹੀ ਹਾਲ ਨੇ। ਪਰ ਜਿਹੜੇ ਸਿਮਰਨ ਕਰਦੇ ਹਨ, ਹਜੂਰ ਕਹਿੰਦੇ ਹਨ ਸੂਖ ਬਿਹਾਵੈ। ਉਹਨਾਂ ਦੀ ਜ਼ਿੰਦਗੀ ਸਦਾ ਸੁੱਖਾਂ ਵਿੱਚ ਬਤੀਤ ਹੁੰਦੀ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ ਪ੍ਰਭ ਕੋ ਸਿਮਰਹਿ ਤ੍ਰਿਸ਼ਨਾ ਬੁਝੈ। ਤ੍ਰਿਸ਼ਨਾ ਬੁਝ ਜਾਂਦੀ ਹੈ ਉਹਨਾਂ ਦੀ ਪਦਾਰਥਾਂ ਦੀ। ਜਿਸ ਤਰ੍ਹਾਂ ਸਾਧ ਸੰਗਤ ਜੀ ਬਾਬਾ ਬੰਦਾ ਸਿੰਘ ਜੀ ਬਹਾਦਰ ਜੀਆਂ ਦਾ ਜ਼ਿਕਰ ਆਉਂਦਾ ਹੈ। ਹਜੂਰ ਜਿਸ ਸਮੇਂ ਨੰਦੇੜ ਸਾਹਿਬ ਜੀਆਂ ਦੀ ਧਰਤੀ ਨੂੰ ਭਾਗ ਲਾ ਰਹੇ ਹਨ, ਬਾਬਾ ਬੰਦਾ ਸਿੰਘ ਜੀ ਬਹਾਦਰ ਹਜੂਰ ਦੇ ਪਾਸ ਬੈਠੇ ਹਨ। ਹਜੂਰ ਨੇ ਕਮੀਠ ਦੇ ਰੁੱਖ ਦਾ ਫਲ ਤੋੜ ਕੇ ਵਿੱਚੋਂ ਜਿਸ ਤਰ੍ਹਾਂ ਕੀੜਾ ਕੱਢਿਆ ਸੀ, ਬਾਬਾ ਬੰਦਾ ਸਿੰਘ ਜੀ ਬਹਾਦਰ ਪੁੱਛਦੇ ਹਨ ਇਹ ਕੌਣ ਹੈ? ਹਜੂਰ ਨੇ ਕਿਹਾ ਸੀ ਇਹ ਤੇਰਾ ਗੁਰੂ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਹੈਰਾਨ ਰਹਿ ਜਾਂਦੇ ਹਨ। ਹਜੂਰ ਨੂੰ ਕਹਿੰਦੇ ਹਨ ਮਹਾਰਾਜ ਜੀ ਮੇਰਾ ਗੁਰੂ ਤਾਂ ਬੜਾ ਜਪ ਤਪ ਕਰਦਾ ਸੀ। ਹਜੂਰ ਬੜੇ ਉਸ ਦੇ ਪਾਸ ਸ਼ਕਤੀਆਂ ਸੀ, ਫਿਰ ਵੀ ਉਹ ਕੀੜਾ ਬਣ ਕੇ ਮਹਾਰਾਜ ਜੀ ਪੈਦਾ ਹੋਇਆ ਹੈ। ਹਜੂਰ ਨੇ ਕਿਹਾ ਸੀ ਜਿਸ ਸਮੇਂ ਇਸ ਦਾ ਅਖੀਰਲਾ ਸਮਾਂ ਸੀ, ਇਸ ਦੀ ਨਿਗਾਹ ਇਸ ਫਲ ਤੇ ਪਈ ਸੀ, ਇਸ ਦੇ ਮਨ ਵਿੱਚ ਆ ਗਿਆ ਸਾਰੀ ਉਮਰ ਇਸ ਰੁੱਖ ਦਾ ਫਲ ਨਹੀਂ ਖਾ ਕੇ ਦੇਖਿਆ। ਅੰਤਲੇ ਸਮੇਂ ਵਿੱਚ ਇੱਛਾ ਇਸ ਫਲ ਦੇ ਵਿੱਚ ਰਹਿ ਗਈ, ਕੀੜਾ ਬਣ ਕੇ ਹੁਣ ਇਸ ਫਲ ਨੂੰ ਖਾ ਰਿਹਾ ਹੈ। ਪ੍ਰਭ ਕੈ ਸਿਮਰਨ ਪੂਰਨ ਆਸਾ। ਸਾਧ ਸੰਗਤ ਜੀ ਜੇ ਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰੀਏ ਸਭ ਆਸਾਵਾਂ ਪੂਰੀਆਂ ਹੋ ਜਾਂਦੀਆਂ ਹਨ। ਗੁਰਸਿੱਖਾਂ ਨੂੰ ਕੋਈ ਆਸ ਰਹਿੰਦੀ ਨਹੀਂ। ਹਜੂਰ ਐਸਾ ਭਰਪੂਰ ਕਰ ਦਿੰਦੇ ਹਨ। ਹਜੂਰ ਕਹਿੰਦੇ ਹਨ ਗੁਣ ਗੋਬਿੰਦ ਗਾਇਓ ਨਹੀਂ। ਦੇਖ ਤੂੰ ਕਾਲ ਪੁਰਖ ਵਾਹਿਗੁਰੂ ਦਾ ਭਜਨ ਬੰਦਗੀ ਨਹੀਂ ਕੀਤੀ। ਹਜੂਰ ਜੇ ਨਹੀਂ ਕੀਤੀ ਤਾਂ ਕੀ ਹੋ ਗਿਆ ਹੈ? ਜਨਮ ਅਕਾਰਥ ਕੀਨ। ਮਹਾਰਾਜ ਜੀ ਫਰਮਾਉਂਦੇ ਹਨ ਗੁਰਸਿੱਖਾ ਇਹ ਆਪਣੇ ਮਨ ਵਿੱਚ ਜਾਣ ਲਾ, ਤੂੰ ਆਪਣਾ ਸਾਰਾ ਜਨਮ ਹੀ ਅਕਾਰਥ ਬਤੀਤ ਕਰ ਦਿੱਤਾ ਹੈ। ਕਿਉਂਕਿ ਸਾਧ ਸੰਗਤ ਜੀ ਜਿਸ ਤਰ੍ਹਾਂ ਭਗਤ ਕਬੀਰ ਜੀ ਫਰਮਾਉਂਦੇ ਹਨ ਰਾਮ ਨਾ ਜਪੋ ਕਵਣ ਮਤ ਲਾਗੇ। ਤੂੰ ਉਸ ਕਾਲ ਪੁਰਖ ਵਾਹਿਗੁਰੂ ਦੇ ਗੁਣ ਨਹੀਂ ਗਾਉਂਦਾ, ਕਿਹੜੀ ਮਤ ਨਾਲ ਲੱਗ ਗਿਆ ਹੈ? ਅੱਗੇ ਕੀ ਲੈ ਕੇ ਜਾਵੇਂਗਾ ਦਰਗਾਹ ਦੇ ਵਿੱਚ? ਕਿਉਂਕਿ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾ ਸੁਖ ਦਰਗਹਿ ਜੈਕਾਰ। ਹਜੂਰ ਨੇ ਆਖਿਆ ਹੈ ਨਾਮ ਦੇ ਧਨ ਦੀ ਤੂੰ ਸੰਚ ਭਾਵ ਬੀਜ ਬੋਇਆ ਕਰ। ਕਿਉਂਕਿ ਜਦੋਂ ਉਹ ਬੀਜ ਤੂੰ ਬੀਜੇਗਾ ਇਸ ਲੋਕ ਦੇ ਵਿੱਚ ਵੀ ਤੈਨੂੰ ਸੁੱਖ ਪ੍ਰਾਪਤ ਹੋਣਗੇ, ਦਰਗਾਹ ਦੇ ਵਿੱਚ ਵੀ ਜੈ ਜੈਕਾਰਾਂ ਹੋਣਗੀਆਂ। ਹਜੂਰ ਕਿਸ ਤਰ੍ਹਾਂ ਉਹ ਬੀਜ ਦਾ ਕਿਸ ਤਰ੍ਹਾਂ ਉਹ ਵਪਾਰ ਕਰੀਦਾ ਹੈ? ਆਨੰਦ ਸਾਹਿਬ ਵਿੱਚ ਮਹਾਰਾਜ ਜੀ ਫਰਮਾਉਂਦੇ ਹਨ ਜਿਸ ਤਰ੍ਹਾਂ ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ। ਹਜੂਰ ਕਹਿੰਦੇ ਹਨ ਕਾਲ ਪੁਰਖ ਵਾਹਿਗੁਰੂ ਮੇਰੀ ਰਾਸ ਹੈ। ਮਨ ਵਪਾਰੀ ਬਣ ਕੇ ਇਸ ਨੂੰ ਵੇਚਦਾ ਹੈ। ਕਿੱਥੋਂ ਇਹ ਜਾਣੀ ਹੈ ਗੁਰਸਿੱਖਾ ਇਹ ਰਾਸ? ਸਾਨੂੰ ਵੀ ਦੱਸਣਾ ਕਰੋ। ਕਹਿੰਦੇ ਹਨ ਸਤਿਗੁਰ ਤੇ ਇਹ ਰਾਸ ਜਾਣੀ। ਕਹਿੰਦੇ ਹਨ ਅਸੀਂ ਇਹ ਸਤਿਗੁਰਾਂ ਤੋਂ ਰਾਸ ਜਾਣੀ ਹੈ। ਫਿਰ ਗੁਰਸਿੱਖ ਨੇ ਪੁੱਛਿਆ ਕਿਸ ਤਰ੍ਹਾਂ ਇਸ ਦੀ ਕਮਾਈ ਕਰੀਦੀ ਹੈ? ਕਹਿੰਦੇ ਹਨ ਹਰ ਹਰ ਨਿਤ ਜਪਿਓ ਜੀਹੋ, ਲਾਹਾ ਖਟਿਓ ਦਿਹਾੜੀ। ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਆਪਣੇ ਜੀਓ ਹਿਰਦੇ ਕਰਕੇ ਜਪਦੇ ਹਾਂ ਜਦੋਂ, ਉਦੋਂ ਸਾਨੂੰ ਐਂ ਲੱਗਦਾ ਹੈ ਅਸੀਂ ਦਿਹਾੜੀ ਦਾ ਲਾਹਾ ਖੱਟ ਲਿਆ। ਜਿਸ ਤਰ੍ਹਾਂ ਸ਼ਾਹੂਕਾਰ ਸਾਧ ਸੰਗਤ ਜੀ ਆਪਣਾ ਧਨ ਵਾਰ-ਵਾਰ ਗਿਣਦਾ ਹੈ। ਜਿਸ ਸਮੇਂ ਕਿਸੇ ਨੇ ਪੁੱਛਿਆ ਸ਼ਾਹੂਕਾਰਾ ਤੂੰ ਧਨ ਕਿਉਂ ਵਾਰ-ਵਾਰ ਗਿਣਦਾ ਹੈ? ਕਹਿੰਦਾ ਹੈ ਜਦੋਂ ਧਨ ਦੇ ਵਿੱਚ ਵਾਧਾ ਹੁੰਦਾ ਹੈ ਮੈਨੂੰ ਬੜੀ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਗੁਰਸਿੱਖ ਕਹਿੰਦੇ ਹਨ ਜਿਸ ਸਮੇਂ ਇੱਕ ਵਾਰੀ ਵਾਹਿਗੁਰੂ ਕਿਹਾ ਦੂਸਰੀ ਵਾਰ ਕਹਿੰਦੇ ਹਨ ਹੋਰ ਵਾਧਾ ਹੁੰਦਾ ਹੈ। ਕਹਿੰਦੇ ਹਨ ਸਾਨੂੰ ਵੀ ਸ਼ਾਹੂਕਾਰਾ ਇਸੇ ਤਰ੍ਹਾਂ ਹੋਰ ਖੁਸ਼ੀ ਮਿਲਦੀ ਹੈ। ਹਜੂਰ ਕਹਿੰਦੇ ਹਨ ਗੁਣ ਗੋਬਿੰਦ ਗਾਇਓ ਨਹੀਂ, ਜਨਮ ਕਾਰਥ ਕੀਨ।
ਤੂੰ ਦੇਖ ਤੂੰ ਕਿਹੜੀ ਪੂੰਜੀ ਇਕੱਠੀ ਕੀਤੀ ਹੈ। ਹਜੂਰ ਕੀ ਕੀਤਾ ਜਾਵੇ ਮਹਾਰਾਜ ਜੀ, ਸਾਰਾ ਜਨਮ ਵਿਅਰਥ ਲੰਘ ਗਿਆ ਹੈ। ਕਹੋ ਨਾਨਕ ਹਰ ਭਜ ਮਨਾ। ਮਹਾਰਾਜ ਜੀ ਕਹਿੰਦੇ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਮੋਹਰ ਲਾਉਂਦੇ ਹਨ। ਨਾਵੇਂ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੀ ਤੂੰ ਵੀ ਬੰਦਗੀ ਕਰਿਆ ਕਰ। ਹਜੂਰ ਕਿਸ ਤਰ੍ਹਾਂ ਬੰਦਗੀ ਕੀਤੀ ਜਾਵੇ। ਜਹ ਬਿਦ ਜਲ ਕੋ ਮੀਨ। ਹਜੂਰ ਫਰਮਾਉਂਦੇ ਹਨ, ਜਿਸ ਵਿਧੀ ਦੇ ਨਾਲ ਮਛਲੀ ਜਲ ਨੂੰ ਪ੍ਰੀਤ ਕਰਦੀ ਹੈ, ਰੇ ਮਨ ਐਸੀ ਹਰਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ। ਵਾਹਿਗੁਰੂ ਜੀ ਫਰਮਾਉਂਦੇ ਹਨ, ਇਸ ਤਰੀਕੇ ਨਾਲ ਤੂੰ ਪ੍ਰੀਤ ਕਰਿਆ ਕਰ ਜਿਸ ਤਰ੍ਹਾਂ ਮੱਛੀ ਜਲ ਦੇ ਨਾਲ ਪ੍ਰੀਤ ਕਰਦੀ ਹੈ। ਆਓ ਸਾਧ ਸੰਗਤ ਜੀ, ਅੱਗੇ ਜਿਸ ਤਰ੍ਹਾਂ ਹਜੂਰ ਕਿਰਪਾ ਕਰਨਗੇ, ਇੱਕ ਸ਼ਲੋਕ ਦੇ ਜਿਸ ਤਰ੍ਹਾਂ ਆਪ ਜੀਆਂ ਨੇ ਬੜੇ ਪ੍ਰੇਮ ਦੇ ਨਾਲ ਅਰਥ ਸਰਵਣ ਕੀਤੇ ਹਨ। ਅੱਜ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜੀਆਂ ਦਾ ਸ਼ਹੀਦੀ ਦਿਹਾੜਾ ਹੈ। ਸਰਬੱਤ ਗੁਰਸਿੱਖਾਂ ਨੂੰ ਸਾਧ ਸੰਗਤ ਜੀ ਪ੍ਰਣਾਮ ਹੈ। ਸ਼ਹੀਦ ਸਿੰਘਾਂ ਨੂੰ ਹਜੂਰ ਕਿਰਪਾ ਕਰਨ, ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮੱਛੀ ਵਾਲੀ ਪ੍ਰੀਤ ਸਾਨੂੰ ਵੀ ਲੱਗ ਜਾਵੇ। ਆਪਾਂ ਜਿਸ ਤਰ੍ਹਾਂ ਅੱਗੇ ਸੁਣਾਂਗੇ ਕਿਸ ਤਰ੍ਹਾਂ ਮੱਛੀ ਜਲ ਨਾਲ ਪ੍ਰੀਤ ਕਰਦੀ ਹੈ, ਜਲ ਤੋਂ ਬਾਹਰ ਆਪਣਾ ਮੱਛੀ ਜੀਵਨ ਨਹੀਂ ਮੰਨਦੀ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ, ਸਤ ਸੰਗਤ ਤੋਂ ਬਾਹਰ ਗੁਰਸਿੱਖ ਆਪਣਾ ਜੀਵਨ ਨਹੀਂ ਮੰਨਦੇ। ਜਿਸ ਸਮੇਂ ਉਹਨਾਂ ਨੂੰ ਲੱਗਦਾ ਹੈ ਕਿਸੇ ਕਾਰਨ ਕਰਕੇ ਸਾਨੂੰ ਸਤ ਸੰਗਤ ਤੋਂ ਦੂਰ ਹੋਣਾ ਪੈ ਰਿਹਾ ਹੈ, ਪਾਣੀ ਤੋਂ ਬਾਹਰ ਜਿਸ ਤਰ੍ਹਾਂ ਮੱਛੀ ਤੜਫਦੀ ਹੈ, ਉਹਨਾਂ ਦੇ ਹਿਰਦੇ ਵਿੱਚ ਤੜਫ ਲੱਗ ਜਾਂਦੀ ਹੈ। ਹਜੂਰ ਦਰਸਾਉਣਗੇ, ਜੇ ਤੈਨੂੰ ਮੱਛੀ ਵਾਲੀ ਪ੍ਰੀਤ ਨਹੀਂ ਲੱਗੀ, ਮਤਲਬ ਦੀ ਪ੍ਰੀਤੀ ਹੈ ਫਿਰ ਤੇਰੀ। ਮੱਛੀ ਵਾਂਗੂ ਪ੍ਰੀਤੀ ਅਕਾਲ ਪੁਰਖ ਵਾਹਿਗੁਰੂ ਨਾਲ ਪਾ। ਮਹਾਰਾਜ ਜੀਆਂ ਦਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਹਜੂਰ ਦਾ ਜਸ ਗਾਉਂਦੇ ਹੋਏ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸਰਬੱਤ ਸੰਗਤਾਂ ਬਖਸ਼ਣ ਯੋਗ ਹੋ। ਬਖਸ਼ ਦੇਣਾ ਅਰਦਾਸ ਕਰਨੀ ਮਹਾਰਾਜ ਜੀ ਬਲ ਬੁੱਧ ਸਮਰੱਥਾ ਬਖਸ਼ਣ। ਆਪਣਾ ਜਸ ਮਹਾਰਾਜ ਜੀ ਇਸੇ ਤਰ੍ਹਾਂ ਆਪੇ ਹੀ ਕਰਵਾ ਲਿਆ ਕਰਨ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੀ ਕੌਮ ਦੇ ਮਹਾਨ ਜਰਨੈਲ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹਨਾਂ ਦੀ ਸ਼ਹਾਦਤ ਸੰਬੰਧੀ ਅਤੇ ਨੌਵੇਂ ਪਾਤਸ਼ਾਹ